ਪ੍ਰਾਈਮ ਏਸ਼ੀਆ ਟੈਲੀਵਿਜ਼ਨ ਵੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਟਾਈਮ ਵਿਦ ਬੈਨੀਪਾਲ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਤੁਹਾਨੂੰ ਸਭਨਾਂ ਨੂੰ ਜੀ ਆਇਆਂ ਆਖ ਰਿਹਾ ਹਾਂ। ਅੱਜ ਸਾਡਾ ਇਹ ਇੱਕ ਖਾਸ ਪ੍ਰੋਗਰਾਮ ਅੱਜ ਦੇ ਦਿਨ 'ਤੇ ਵਿਸ਼ੇਸ਼ ਟੈਲੀਕਾਸਟ ਕੀਤਾ ਜਾ ਰਿਹਾ ਹੈ, ਜਿੱਥੇ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਚੈਨਲ ਦੇ ਉੱਤੇ ਸਾਡਾ ਇਹ ਪ੍ਰੋਗਰਾਮ ਟੈਲੀਕਾਸਟ ਹੋ ਰਿਹਾ ਹੈ। ਉਸ ਦੇ ਨਾਲ ਪ੍ਰਾਈਮ ਏਸ਼ੀਆ ਦੇ ਪੇਜ ਉੱਤੇ, ਫੇਸਬੁੱਕ ਪੇਜ ਉੱਤੇ ਵੀ ਨਾਲੋਂ ਨਾਲ ਸਾਡਾ ਇਹ ਪ੍ਰੋਗਰਾਮ ਟੈਲੀਕਾਸਟ ਕੀਤਾ ਜਾ ਰਿਹਾ ਹੈ। ਅੱਜ ਦੁਨੀਆ ਭਰ ਦੇ ਵਿੱਚ ਔਰਤ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਅੱਜ ਅਸੀਂ ਗੱਲਬਾਤ ਕਰਨੀ ਚਾਹੁੰਦੇ ਹਾਂ। ਅੱਜ ਮੈਂ ਉਚੇਚੇ ਤੌਰ 'ਤੇ ਜਿਹੜੀਆਂ ਸਿੱਖਾਂ ਦੇ ਵਿੱਚ ਪਹਿਲੇ 10 ਨੰਬਰਾਂ 'ਤੇ ਔਰਤਾਂ ਨੇ ਜਿਨ੍ਹਾਂ ਦਾ ਸਮਾਜ ਨੂੰ ਕੋਈ ਵਿਲੱਖਣ ਯੋਗਦਾਨ ਹੈ, ਉਹਨਾਂ ਵਿੱਚੋਂ ਇੱਕ ਹਨ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ। ਅੱਜ ਡਾਕਟਰ ਹਰਸ਼ਿੰਦਰ ਕੌਰ ਦੀ ਮੈਂ ਚੋਣ ਕੀਤੀ ਕਿ ਉਹਨਾਂ ਦੇ ਨਾਲ ਅੱਜ ਇਸ ਔਰਤ ਦਿਵਸ ਦੇ ਉੱਤੇ ਗੱਲਬਾਤ ਤੁਹਾਡੇ ਨਾਲ ਕਰਵਾਈ ਜਾ ਸਕੇ। ਅੱਜ ਇਹ ਸਮਾਜ ਸੇਵਕਾ, ਲੇਖਕਾ ਅਤੇ ਡਾਕਟਰ ਸਾਹਿਬਾਂ ਨੂੰ ਅਸੀਂ ਆਪਣੇ ਪ੍ਰੋਗਰਾਮ ਦੌਰਾਨ ਇਸ ਖਾਸ ਦਿਨ ਦੇ ਉੱਤੇ ਸ਼ਾਮਲ ਕਰਕੇ ਮਾਣ ਮਹਿਸੂਸ ਕਰ ਰਹੇ ਹਾਂ। ਆਓ ਸਭ ਤੋਂ ਪਹਿਲਾਂ ਡਾਕਟਰ ਸਾਹਿਬਾਂ ਦਾ ਸਵਾਗਤ ਕਰੀਏ। ਭੈਣ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੇ ਤੁਹਾਡੇ ਰਾਹੀਂ ਸੁਣ ਰਹੇ ਸਾਰੇ ਵੀਰਾਂ ਭੈਣਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ ਬਹੁਤ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ। ਅੱਜ ਔਰਤ ਦਿਵਸ ਮਨਾਇਆ ਜਾ ਰਿਹਾ ਜੀ ਦੁਨੀਆ ਭਰ ਦੇ ਵਿੱਚ। ਦੁਨੀਆ ਦੀ ਜਗ ਜਨਨੀ ਨੂੰ ਅਸੀਂ ਦਿਲੋਂ ਪ੍ਰਣਾਮ ਕਰਦੇ ਹਾਂ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਖਾਸ ਦਿਨ ਤੇ? ਜੀ, ਮੈਂ ਵੀ ਸ਼ੁਕਰ ਮਨਾਉਂਦੀ ਹਾਂ ਕਿ ਕਿਸੇ ਇੱਕ ਦਿਨ ਕੁਝ ਸਮਾਂ, ਕੁਝ ਪਲ ਲੋਕ ਕੱਢ ਰਹੇ ਨੇ ਔਰਤ ਦੇ ਲਈ ਆਵਾਜ਼ ਚੁੱਕਣ ਲਈ। ਪਰ ਵੀਰਾ, ਇਸ ਲਈ ਆਵਾਜ਼ ਕਿਤੇ ਅੱਜ ਤੋਂ ਨਹੀਂ ਚੁੱਕੀ ਗਈ। ਆਵਾਜ਼ ਇਸ ਵਾਸਤੇ ਚੁੱਕੀ ਗਈ ਸੀ ਜੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ, ਜੋ ਕਿ ਅਸੀਂ ਉਹਨਾਂ ਸਮਿਆਂ ਤੋਂ ਜਾਣਦੇ ਹਾਂ, ਬੁੱਝਦੇ ਹਾਂ, ਪੜ੍ਹ ਰਹੇ ਹਾਂ। ਤਾਂ ਸਵਾਲ ਇਹ ਉੱਠਦਾ ਹੈ ਕਿ ਉਹ ਆਵਾਜ਼ ਚੁੱਕੀ ਕਿਉਂ ਗਈ ਸੀ। ਉਹਨਾਂ ਲਿਖਿਆ ਹੈ ਕਿ ਤੈਂ ਕੀ ਦਰਦ ਨਾਇਆ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਉਦੋਂ ਔਰਤਾਂ ਦਾ ਬਲਾਤਕਾਰ ਵੀ ਹੋਇਆ ਸੀ, ਨਿਰਵਸਤਰ ਲਾਸ਼ਾਂ ਵੀ ਪਈਆਂ ਸਨ, ਤੇ ਜਿਸ ਤਰੀਕੇ ਉਹਨਾਂ ਸਮਿਆਂ ਵਿੱਚ ਨਾ ਸਿਰਫ ਸਤੀ ਹੋ ਰਹੀਆਂ ਸਨ ਔਰਤਾਂ, ਬਲਕਿ ਬਹੁਤ ਵੱਡੀ ਗਿਣਤੀ 'ਚ ਉਹਨਾਂ ਨੂੰ ਦੇਵਦਾਸੀਆਂ ਬਣਾ ਕੇ ਮੰਦਿਰਾਂ 'ਚ ਵੀ ਸੁੱਟਿਆ ਜਾ ਰਿਹਾ ਸੀ, ਜਿੱਥੇ ਨਰਕ ਭੋਗਦੀਆਂ ਸਨ, ਜਿੱਥੇ ਇਹ ਵੀ ਹੁਣ ਜ਼ਿਕਰ ਸਾਹਮਣੇ ਆ ਚੁੱਕਾ ਹੈ ਕਿ ਠੁੱਡੇ ਮਾਰ ਮਾਰ ਕੇ ਉਹਨਾਂ ਦਾ ਗਰਭ ਡੇਗਿਆ ਜਾਂਦਾ ਸੀ, ਜੋ ਉੱਥੇ ਬੱਚੀਆਂ ਨਿੱਕੀਆਂ ਨਿੱਕੀਆਂ ਹੁੰਦੀਆਂ ਸਨ। ਤੇ ਉਸ ਵੇਲੇ ਆਵਾਜ਼ ਚੁੱਕਣ ਦਾ ਮਤਲਬ ਅਸੀਂ ਸਮਝ ਸਕਦੇ ਹਾਂ ਇੱਕ ਦਮਦਾਰ ਆਵਾਜ਼ ਔਰਤ ਦੇ ਹੱਕ ਵਿੱਚ। ਉਸ ਤੋਂ ਪਹਿਲਾਂ ਵੀ ਇੱਕ ਦੋ ਥਾਈਂ ਜ਼ਿਕਰ ਮਿਲਦਾ ਜੇ, ਪਰ ਇੰਨੀ ਦਮਦਾਰ ਆਵਾਜ਼ ਨਹੀਂ ਸੀ ਜਿਸ ਨੇ ਇੱਕ ਸਹੀ ਮਾਇਨਿਆਂ ਵਿੱਚ ਜਿਸ ਨੇ ਸੋਚ ਵਿੱਚ ਤਬਦੀਲੀ ਲਿਆਈ ਹੋਏ। ਤੇ ਉਹ ਵੀ ਤਬਦੀਲੀ ਬਾ ਕਮਾਲ, ਜਿੱਥੇ ਕਿਹਾ ਗਿਆ ਕਿ ਇਹ ਰਾਜਿਆਂ ਮਹਾਰਾਜਿਆਂ ਨੂੰ ਜੰਮਣ ਵਾਲੀ ਹੈ, ਯਾਨੀ ਇਹਦੀ ਕਦਰ ਤਾਂ ਹੀ ਕਰਿਓ ਜੇ ਮੰਨਦੇ ਹੋ ਤੁਸੀਂ ਆਪ ਰਾਜੇ ਮਹਾਰਾਜੇ ਹੋ। ਤੇ ਜਿਹੜੀ ਇੰਨੀ ਉੱਚੀ ਪਦਵੀ ਹਾਸਲ ਕਰੀ ਬੈਠੀ ਹੈ, ਜਿਹਦੇ ਕੁੱਖ ਚੋਂ ਸਿਰਫ ਪੈਦਾ ਹੋ ਸਕਦੀ ਹੈ ਕਾਇਨਾਤ, ਉਸ ਤੋਂ ਬਗੈਰ ਤਾਂ ਮਨੁੱਖਾ ਜਨਮ ਹੀ ਸੰਭਵ ਨਹੀਂ ਹੈ। ਇਹਨੂੰ ਇੱਜ਼ਤ ਦਿੱਤੀ ਜਾਏ। ਸਵਾਲ ਉੱਠਦਾ ਹੈ, ਸਾਡੇ ਕਈ ਥਾਈਂ ਤੁਸੀਂ ਆਪ ਨਜ਼ਰ ਮਾਰਿਓ, ਸਕੂਲ ਕਾਲਜਾਂ ਦੀ ਗਿਣਤੀ ਵੱਧ ਜੇ ਜਾਂ ਧਾਰਮਿਕ ਸਥਾਨਾਂ ਦੀ, ਤੇ ਕਿਸ ਥਾਂ ਤੇ ਕਿੰਨੀ ਕੁ ਅਸੀਂ ਸੋਚ ਆਪਣੀ ਉਸ ਨੂੰ ਅੱਗਾ ਤੋਰ ਸਕੇ ਹਾਂ। ਮੈਂ ਕੁਝ ਕੁ ਖਬਰਾਂ ਸਾਂਝੀਆਂ ਕਰਨਾ ਚਾਹੁੰਦੀ ਹਾਂ ਜਿੱਥੋਂ ਸ਼ਾਇਦ ਸਭ ਨੂੰ ਚਾਨਣਾ ਹੋ ਜਾਏ ਕਿ ਹਕੀਕਤ ਕੀ ਇੱਕ ਕੋਝੀ ਹੈ ਤੇ ਅਸਲੀਅਤ ਕਿੰਨੀ ਕੌੜੀ ਹੁੰਦੀ ਜੇ। ਮੈਂ ਪਹਿਲਾਂ ਹੀ ਖਿਮਾ ਮੰਗਦੀ ਹਾਂ ਜੇ ਕਿਸੇ ਦਾ ਦਿਲ ਡਰਪੋਕ ਕੇ ਮੇਰਾ ਖਿਆਲ ਇਹ ਪ੍ਰੋਗਰਾਮ ਨਾ ਸੁਣਨ, ਕਿਉਂਕਿ ਸੱਚ ਬਹੁਤ ਜ਼ਿਆਦਾ ਕੌੜਾ ਹੁੰਦਾ ਜੇ, ਛਾਤੀ ਦੇ ਆਰ ਪਾਰ ਜਾਂਦਾ ਜੇ। ਤੇ ਮੈਂ ਸਿਰਫ ਤੇ ਸਿਰਫ ਛਪੀਆਂ ਹੋਈਆਂ ਖਬਰਾਂ ਪੜ੍ਹ ਰਹੀ ਹਾਂ ਤਾਂ ਕਿ ਕੋਈ ਕਿੰਤੂ ਪ੍ਰੰਤੂ ਦੀ ਲੋੜ ਹੀ ਨਾ ਰਹੇ ਕਿ ਅਸੀਂ ਕੰਮ ਨਹੀਂ ਕਰਨਾ, ਇਸ ਕਰਕੇ ਅਸੀਂ ਇਸ ਨੂੰ ਮੰਨਣ ਤੋਂ ਇਨਕਾਰੀ ਹਾਂ। ਨਹੀਂ ਜੀ, ਇਹ ਹੋ ਹੀ ਨਹੀਂ ਸਕਦਾ ਵਰਗੀਆਂ ਚੀਜ਼ਾਂ ਮੇਰਾ ਖਿਆਲ ਕਹਿ ਕੇ ਅਸੀਂ ਨਿਵਿਆ ਰਹੇ ਹੋਵਾਂਗੇ ਉਹਨਾਂ ਔਰਤਾਂ ਨੂੰ ਜਿਨ੍ਹਾਂ ਨੇ ਇਹ ਦਰਦ ਜਿਨ੍ਹਾਂ ਨੇ ਇਹ ਪੀੜ ਹੰਢਾਈ ਹੈ, ਜਿਨ੍ਹਾਂ ਚੋਂ ਕਈ ਮਰ ਖੱਪ ਗਈਆਂ ਨੇ, ਕਈ ਅਜੇ ਵੀ ਪਾਗਲਖਾਨਿਆਂ 'ਚ ਪਈਆਂ ਨੇ। ਉਹਨਾਂ ਦੀ ਦਰਦ ਜੇ ਮਹਿਸੂਸ ਨਹੀਂ ਕਰ ਸਕਦੇ ਤਾਂ ਫਿਰ ਮੇਰਾ ਖਿਆਲ ਇਹ ਪ੍ਰੋਗਰਾਮ ਸੁਣਨ ਦੀ ਉਹਨਾਂ ਨੂੰ ਲੋੜ ਨਹੀਂ। ਸੋ ਜਿਗਰਾ ਹੈ ਤਾਂ ਦਮ ਰੱਖਿਓ ਸੁਣਨ ਨੂੰ, ਕਿਉਂਕਿ ਇਹ ਖਬਰਾਂ ਵਾਕਈ ਝੰਜੋੜ ਦੇਣ ਵਾਲੀਆਂ ਨੇ, ਜੋ ਦੱਸਣਗੇ ਕਿ ਅਸੀਂ
ਅੱਜ ਦੀ ਮੌਜੂਦਾ ਹਾਲਾਤ ਵਿੱਚ ਖੜੇ ਕਿੱਥੇ ਆ। ਜੀ ਬਿਲਕੁਲ, ਰੌਂਗਟੇ ਖੜੇ ਕਰ ਦੇਣਗੀਆਂ। ਮੈਂ ਚਾਹੁੰਦਾ ਹੈ ਕਿ ਇੱਕ ਇੱਕ ਖਬਰ ਸਾਡੇ ਦਰਸ਼ਕਾਂ ਦੀ ਨਜ਼ਰ ਕਰਦੇ ਜਾਓ ਜੀ। ਜੀ ਪਹਿਲੀ ਖਬਰ ਜੇ ਹੈਡਲਾਈਨ ਜੇ ਜੱਜ ਨੇ 8 ਸਾਲ ਦੇ ਬੱਚੇ ਨੂੰ ਬੇਲ ਦੇਣ ਤੋਂ ਨਾ ਕੀਤੀ। ਹੁਣ 8 ਸਾਲ ਦੇ ਬੱਚੇ ਨੇ ਕੀ ਕੀਤਾ ਜਿਸ ਲਈ ਜੱਜ ਨੇ ਬੇਲ ਨਹੀਂ ਦਿੱਤੀ? ਕਿਉਂਕਿ 8 ਸਾਲ ਦਾ ਜੁਵਨਾਈਲ ਬੰਦਾ ਜਿਸ ਨੂੰ ਕਿ ਬੇਲ ਮਿਲਣੀ ਚਾਹੀਦੀ ਸੀ। ਐਸਾ ਕਿਹੜਾ ਭਾਰੀ ਜੁਰਮ ਹੋਇਆ? ਜੁਰਮ ਇਹ ਸੀ ਕਿ ਉਸਨੇ ਇੱਕ ਆਪਣੇ ਨਾਲ ਦੇ 13 ਤੇ 15 ਵਰਿਆਂ ਦੇ 2 ਦੋਸਤਾਂ ਨਾਲ ਆਪਣੇ ਗੁਆਂਢ ਦੇ ਵਿੱਚ 4 ਸਾਲ ਦੀ ਬੱਚੀ ਦਾ ਬਲਾਤਕਾਰ ਕੀਤਾ, ਜਿਹਦਾ ਮੈਡੀਕਲ ਐਗਜ਼ਾਮੀਨੇਸ਼ਨ ਪ੍ਰੂਵ ਕਰ ਗਿਆ ਕਿ ਉਹਦੇ ਟੀਅਰ ਹੋਇਆ ਸੀ ਵਜਾਈਨਲ, ਤੇ ਉਹਦੇ ਜਿਸ ਤਰੀਕੇ ਦਾ ਕੋਸ਼ਿਸ਼ ਕੀਤੀ ਗਈ ਉਹਦੇ ਨਾਲ, ਜਿਸ ਨਾਲ ਉਹਦੇ ਜ਼ਖਮ ਆਲੇ ਦੁਆਲੇ ਦੇ ਇੰਨੇ ਡੂੰਘੇ ਸਨ, ਤੇ ਜਿਸ ਤਰੀਕੇ ਉਹ ਮਾਨਸਿਕ ਪੱਖੋਂ ਬੱਚੀ ਚੀਕਾਂ ਮਾਰਦੀ ਰਾਤ ਨੂੰ ਸੌਂਦੀ ਨਹੀਂ ਸੀ, ਉਹ ਕੇਸ ਅਦਾਲਤ ਵਿੱਚ ਗਿਆ, ਜਿੱਥੇ ਜੱਜ ਨੇ ਪੂਰੀ ਉਹਦੀ ਸੁਣ ਕੇ ਬੱਚੀ ਦੀ ਹਾਲਤ ਦੇਖ ਕੇ ਕਿਹਾ ਕਿ ਮੈਂ ਅੱਖਾਂ 'ਚ ਉਹਦੇ ਹੰਝੂ ਸਨ। ਲਿਖਿਆ ਹੋਇਆ ਜੇ ਖਬਰ ਵਿੱਚ ਅੱਖਾਂ 'ਚ ਹੰਝੂ ਸਨ। ਜਦੋਂ ਉਸਨੇ ਕਿਹਾ ਭਾਵੇਂ ਕੁਝ ਵੀ ਭਾਰਤੀ ਕਾਨੂੰਨ ਕਹਿੰਦਾ ਹੋਏ, ਮੈਂ ਮਜਬੂਰ ਹਾਂ, ਮੈਂ ਇਸ ਬੱਚੇ ਨੂੰ ਬੇਲ ਨਹੀਂ ਦੇ ਸਕਦਾ, ਕਿਉਂਕਿ ਇਹਦੀ ਮਾਨਸਿਕ ਜੋ ਇਸ ਵੇਲੇ ਹਾਲਤ ਹੈ ਉਹ ਇੰਨੀ ਕੁ ਵਿਗੜੀ ਹੋਈ ਹੈ ਕਿ ਛੱਡਦੇ ਸਾਰ ਕਿਸੇ ਵੀ ਹੋਰ ਨੂੰ ਫਿਰ ਦਬੋਚ ਲਵੇਗਾ। ਉਹਦਾ ਸਾਈਕੋ ਐਨਾਲਿਸਿਸ ਕਰਵਾਇਆ ਗਿਆ ਜੇ ਬੱਚੇ ਦਾ, ਜਿਹਦੇ ਵਿੱਚ ਸਪਸ਼ਟ ਹੋਇਆ, ਉਸ ਬੱਚੇ ਨੇ ਮੰਨਿਆ 2 ਚੀਜ਼ਾਂ ਤੇ ਮੇਰੇ ਤੇ ਬਹੁਤ ਅਸਰ ਪਾਇਆ। ਪਹਿਲੀ ਸੀ ਲੱਚਰ ਗੀਤ ਸੰਗੀਤ, ਤੇ ਦੂਸਰੀ ਚਾਈਲਡ ਪੋਰਨ, ਜਿਹੜੇ ਅਸੀਂ ਸਕੂਲਾਂ ਦੇ ਵਿੱਚ, ਧਿਆਨ ਕਰਿਓ ਵੀਰਾ, ਸਕੂਲਾਂ ਵਿੱਚ ਜੋ ਅਸੀਂ ਆਮ ਵੇਖਦੇ ਹਾਂ ਉਹਨਾਂ ਰਾਹੀਂ ਮੈਂ ਇਸ ਪਾਸੇ ਵੱਲ ਨੂੰ ਖਿੱਚਿਆ ਗਿਆ। ਇਹ ਜੇ ਸਾਡੀ ਹਕੀਕਤ ਜੋ ਅਸੀਂ ਪੜ੍ਹ ਕੇ ਜਿੰਨਾ ਵੀ ਇਸ ਨੂੰ ਉੱਚਾ ਜਾਂ ਨੀਵਾਂ ਗਿਣਨਾ ਚਾਹੁੰਦੇ ਹਾਂ, ਪਰ ਉਹਨੇ ਕਾਰਨ ਆਪ ਹੀ ਦੱਸ ਦਿੱਤਾ। ਜ਼ਰਾ ਇੱਕ ਹੋਰ ਧਿਆਨ ਕਰਿਓ, ਜਿਹਦੇ ਵਿੱਚ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿੱਚ 12 ਸਾਲ ਦੀ ਧੀ, ਮੈਂ ਨਾਮ ਨਹੀਂ ਲੈਣਾ ਚਾਹੁੰਦੀ ਕਿਉਂਕਿ ਮੈਂ ਨਹੀਂ ਚਾਹੁੰਦੀ ਇਸ ਬੱਚੀ ਦਾ ਕੋਈ ਇਸ ਤੋਂ ਵੱਧ ਉਹਦੀ ਕੋਈ ਖਰਾਬ ਕਰੇ। ਉਹਦੀ ਉਮਰ 12 ਸਾਲ ਦੀ ਸੀ। ਉਹਦਾ ਪਿਓ ਮਜ਼ਦੂਰੀ ਕਰਦਾ ਸੀ, ਬੜਾ ਔਖਾ ਟੱਬਰ ਦਾ ਢਿੱਡ ਭਰਦਾ ਸੀ, ਤੇ ਰੋਜ਼ ਉਸਨੂੰ ਇਕੱਲੀ ਛੱਡ ਕੇ ਮਾਪੇ ਚਲੇ ਜਾਂਦੇ ਸਨ ਕਿਉਂਕਿ ਪੜ੍ਹਾਉਣ ਜੋਗੇ ਪੈਸੇ ਨਹੀਂ ਸਨ। ਉਹਦੀ ਪਿਓ ਤੋਂ ਵੱਡੀ ਉਮਰ ਦਾ ਬਾਹਰ ਇੱਕ ਬੰਦਾ ਸਮੋਸਿਆਂ ਦੀ ਰੇਹੜੀ ਲਾਉਂਦਾ ਸੀ, ਜਿਸਨੇ ਵੇਖਿਆ ਕਿ ਇਕੱਲੀ ਕੁੜੀ ਏ, ਰੋਜ਼ ਉਹਦੇ ਜਾਣ ਲੱਗ ਪਿਆ, ਤੇ ਫਿਰ ਅਖੀਰ ਇੱਕ ਦਿਨ ਜੋ ਉਹਦਾ ਹਾਲ ਕੀਤਾ, ਮੈਂ ਪੂਰਾ ਸ਼ਾਇਦ ਬੋਲ ਨਹੀਂ ਸਕਣਾ, ਮੇਰਾ ਗਲਾ ਨਾ ਭਰ ਜਾਏ। ਮੈਂ ਕੁਝ ਹਿੱਸੇ ਜੋ ਮੈਡੀਕਲ ਰਿਪੋਰਟ ਵਿੱਚ ਨੇ, ਜੋ ਕਿ ਖਬਰ ਵਿੱਚ ਨਹੀਂ ਸਨ, ਅਸੀਂ ਬਾਅਦ ਵਿੱਚ ਕਢਵਾਈ ਮੈਡੀਕਲ ਰਿਪੋਰਟ, ਮੈਂ ਸਿਰਫ ਉਹ ਦੱਸਣਾ ਚਾਹੁੰਦੀ ਹਾਂ ਕਿ ਉਹਦੇ ਪੱਟਾਂ ਦੇ ਅੰਦਰਲੇ ਪਾਸੇ 23 ਡੂੰਘੇ ਜ਼ਖਮ ਸਨ, ਜਿਹਦੇ ਵਿੱਚੋਂ ਉਹਦੇ ਮੂੰਹ ਦੇ ਆਲੇ ਦੁਆਲੇ ਗਲੇ ਵਿੱਚ ਇੰਨੇ ਨਿਸ਼ਾਨ ਸਨ ਜਿਨ੍ਹਾਂ ਦੇ ਵਿੱਚ ਇੱਕ ਦੂਜੇ ਉੱਤੇ ਰਲ ਗੱਡ ਹੋ ਕੇ ਸਿਰਫ 45 ਤੱਕ ਗਿਣੇ ਜਾ ਸਕੇ, ਇਸ ਤੋਂ ਅੱਗੇ ਗਿਣੇ ਨਹੀਂ ਜਾ ਸਕੇ। ਉਹਦੇ ਪੈਰਾਂ ਦੇ ਵਿੱਚ ਕਿੱਲ ਠੋਕੇ ਜਾਣ ਦੇ ਨਿਸ਼ਾਨ ਸਨ। ਜਿਸ ਤਰੀਕੇ ਉਹਨੂੰ ਲਗਾਤਾਰ ਬਲਾਤਕਾਰ ਉਹ ਰਾਤ ਭਰ ਕਰਦਾ ਰਿਹਾ, ਦਿਨ ਭਰ, ਮਾਫ ਕਰਿਓ, ਦਿਨ ਭਰ, ਕਿਉਂਕਿ ਰਾਤ ਨੂੰ ਉਹਦੇ ਮਾਪੇ ਵਾਪਸ ਆ ਚੁੱਕੇ ਸਨ। ਅਗਲੇ ਦਿਨ ਉਸਨੂੰ ਫਿਰ ਮਾਪਿਆਂ ਨੂੰ ਡਰਾਇਆ ਧਮਕਾਇਆ ਗਿਆ ਕਿ ਜੇ ਤੁਸੀਂ ਆਵਾਜ਼ ਕੱਢੀ ਮੈਂ ਮਰਵਾ ਦਿਆਂਗਾ ਤੁਹਾਨੂੰ, ਤਾਂ ਉਹ ਮਾਪੇ ਚੁੱਪ ਰਹਿ ਗਏ। ਉਸਨੇ 8 ਦਿਨ ਪੂਰਾ ਉਹਦਾ ਇਸੇ ਤਰ੍ਹਾਂ ਉਸਨੂੰ ਖਰਾਬ ਕੀਤਾ, ਤੇ ਅਖੀਰ ਜਦੋਂ ਛੋਟੀ ਭੈਣ ਨੇ ਇੱਕ ਦਿਨ ਵੇਖ ਲਿਆ, ਤੁਸੀਂ ਜ਼ਰਾ ਅੰਦਾਜ਼ਾ ਲਾਇਓ ਕਿ ਛੋਟੀ ਭੈਣ ਦੀ, ਮਾਫ ਕਰਿਓ ਮੇਰਾ ਗਲਾ, ਮੈਂ ਇਹੋ ਜਿਹੀ ਗੱਲ ਮੈਨੂੰ ਬੋਲਦਿਆਂ ਹੀ ਤਕਲੀਫ ਹੁੰਦੀ ਹੈ, ਰੱਬ ਜਾਣੇ ਉਸ 6 ਵਰਿਆਂ ਦੀ ਬੱਚੀ ਨੇ ਕਿਸ ਤਰੀਕੇ ਵੇਖ ਕੇ ਤੇ ਗੁਆਂਢੀਆਂ ਨੂੰ ਇਹ ਦੱਸਿਆ। ਜਿੱਥੋਂ ਇਹ ਖਬਰ ਨਿਕਲੀ ਉਹਨੂੰ PGI ਵਾਪਸ ਉੱਥੋਂ ਭੇਜਿਆ ਗਿਆ, ਪਹਿਲਾਂ ਲੋਕਲ ਹਸਪੀਟਲ 'ਚ PGI ਭੇਜਿਆ ਗਿਆ, ਜਿੱਥੋਂ ਮਾਪਿਆਂ ਨੇ ਕਿਹਾ ਕਿ ਅਸੀਂ ਇਹ ਖਬਰ ਹੁਣ ਦੇ ਦੇਣੀ ਹੈ ਮੀਡੀਆ ਵਿੱਚ, ਅਸੀਂ ਤੇਰੀ ਸ਼ਿਕਾਇਤ ਕਰਾਂਗੇ। ਪਤਾ ਜੇ ਕੀ ਕੀਤਾ? ਮਿੱਟੀ ਦਾ ਤੇਲ ਚੁੱਕ ਕੇ ਉਹਦੇ ਉੱਤੇ ਪਾਇਆ ਗਿਆ, ਉਸ ਬੱਚੀ ਨੂੰ ਅੱਗ ਲਾ ਦਿੱਤੀ ਗਈ, ਤੇ ਉੱਥੇ ਅਖੀਰ ਉਹ ਕਿਸੇ ਵੀ ਥਾਂ ਤੇ ਮੈਡੀਕਲ ਐਗਜ਼ਾਮੀਨੇਸ਼ਨ ਪਹੁੰਚਣ ਤੋਂ ਪਹਿਲਾਂ ਮਰ ਗਈ।
ਸੋ ਸੈਡ। ਇਹ ਉਸ ਤੋਂ ਬਾਅਦ ਉਹਦਾ ਕੇਸ ਦਰਜ ਨਹੀਂ ਹੋਇਆ, ਉੱਥੇ ਲੋਕਾਂ ਨੇ ਸੜਕਾਂ ਤੇ ਜਾਮ ਲਾਇਆ ਤੇ ਫਿਰ ਹੀ ਇਹ ਕੇਸ ਦਰਜ ਹੋਇਆ। ਉਸ ਤੋਂ ਬਾਅਦ ਇਹ ਮੀਡੀਆ ਦੀ ਨਜ਼ਰੀ ਆਇਆ ਤੇ ਫਿਰ ਇਹ ਕੇਸ ਹੁਣ ਇਸ ਵੇਲੇ ਮੈਂ ਅਫਸੋਸ ਨਾਲ ਕਹਿਣਾ ਚਾਹੁੰਦੀ ਹਾਂ, ਜਿਹਦੀ ਵੀ ਮਰਜ਼ੀ ਤੁਸੀਂ ਗਲਤੀ ਕੱਢਣਾ ਚਾਹੋ ਕੱਢ ਲਿਓ, ਪਰ ਅਫਸੋਸ ਇਹ ਹੈ ਕਿ ਇਹ ਬੰਦਾ ਬੇਲ ਤੇ ਅੱਜ ਵੀ ਬਾਹਰ ਹੈ। ਯਾਨੀ ਇਹ ਅਸੀਂ ਹਾਲਾਤ ਲਿਆ ਛੱਡੀਏ ਜਿੱਥੇ ਬੱਚੀਆਂ ਦਾ ਇਸ ਤਰੀਕੇ ਭਿਆਨਕ ਤਰੀਕੇ ਬਲਾਤਕਾਰ ਕੀਤਾ ਜਾਂਦਾ ਜੇ, ਪਰ ਫਿਰ ਵੀ ਉਹਨਾਂ ਦੇ ਸਜ਼ਾ ਜਿਨ੍ਹਾਂ ਨੂੰ ਮਿਲਣੀ ਚਾਹੀਦੀ ਜੇ ਉਹ ਬਾਹਰ ਨਿਕਲ ਆਉਂਦੇ। ਮੈਂ ਇੱਕ ਹੋਰ ਜ਼ਰੂਰ ਗੱਲ ਕਰਨਾ ਚਾਹੁੰਦੀ ਹਾਂ ਅਜਿਹੀ ਬੱਚੀ ਦੀ, ਮੇਰਾ ਖਿਆਲ ਹੈ ਇਸ ਤੋਂ ਵੱਧ ਜ਼ਲਾਲਤ ਕਿਸੇ ਧੀ ਨੂੰ ਸਹਿ ਨਹੀਂ ਪਈ ਹੋਣੀ। ਹਾਲਾਤ ਇਹ ਨੇ, ਮੈਂ ਉਸ ਬੱਚੀ ਦਾ ਨਾਮ ਨਹੀਂ ਲੈਣਾ ਚਾਹੁੰਦੀ ਕਿਉਂਕਿ ਉਹ ਬੱਚੀ ਇਸ ਵੇਲੇ ਕਾਲਜ ਵਿੱਚ ਪੜ੍ਹ ਰਹੀ ਹੈ। ਪੰਜਾਬ ਤੋਂ ਬਾਹਰ ਜਾਣਾ ਪਿਆ ਉਹਨੂੰ ਮਜਬੂਰਨ, ਕਿਉਂਕਿ ਜੋ ਉਸ ਨਾਲ ਵਾਪਰਿਆ। ਮੈਂ ਸਿਰਫ ਉਹ ਘਟਨਾ ਦੱਸਣਾ ਚਾਹੁੰਦੀ ਹਾਂ ਕਿ ਉਸ ਬੱਚੀ ਨਾਲ ਜਦੋਂ ਉਹ 8 ਵਰ੍ਹਿਆਂ ਦੀ ਸੀ ਤਾਂ ਉਹਦੀ ਵੱਡੀ ਭੈਣ ਜੋ 13 ਵਰ੍ਹਿਆਂ ਦੀ ਸੀ ਉਸਨੇ ਖੁਦਕੁਸ਼ੀ ਕਰ ਲਈ। ਕਾਰਨ ਕਿਸੇ ਨੂੰ ਪਤਾ ਨਹੀਂ ਸੀ, ਸਿਰਫ ਇੰਨੀ ਖਬਰ ਵੀ ਨਹੀਂ ਨਸ਼ਰ ਹੋਈ, ਬਸ ਇਹੀ ਸੀ ਕਿ ਇੱਕ ਬੱਚੀ ਨੇ ਖੁਦਕੁਸ਼ੀ ਕੀਤੀ। ਪਰ ਉਸ ਤੋਂ ਬਾਅਦ ਉਹ 8 ਵਰ੍ਹਿਆਂ ਦੀ ਬੱਚੀ ਦਾ ਉਸਦੇ ਪਿਓ ਨੇ ਲਗਾਤਾਰ ਚੀਰਹਰਣ ਕੀਤਾ। ਉਸ ਬੱਚੀ ਨੇ ਕਿਉਂ ਆਵਾਜ਼ ਨਹੀਂ ਸੀ ਕੱਢੀ, ਬਾਅਦ ਵਿੱਚ ਦੱਸਿਆ ਕਿ ਜਿਹੜੀ ਉਹਦੀ ਵੱਡੀ ਭੈਣ ਸੀ ਉਹਦੇ ਨਾਲ ਇਹੋ ਕਾਰਾ ਉਹਦਾ ਪਿਓ ਕਰਦਾ ਰਿਹਾ ਸੀ। ਮੈਂ ਥਾਂ ਦਾ ਫਿਰ ਦੁਬਾਰਾ ਦੱਸਦਿਆਂ ਜ਼ਿਕਰ ਨਹੀਂ ਕਰਨਾ ਚਾਹੁੰਦੀ, ਪੰਜਾਬ ਦੇ ਵਿੱਚ ਦਾ ਹੀ ਇਹ ਪਿੰਡ ਜੇ ਜਿੱਥੇ ਇਹ ਵਾਪਰ ਰਿਹਾ ਸੀ। ਉਸ ਬੱਚੀ ਦਾ ਇਹ ਹਾਲ ਹੋ ਗਿਆ ਮਾਨਸਿਕ ਪੱਖੋਂ ਕਿ ਉਹਨੇ ਬੇਨਤੀ ਕੀਤੀ 10ਵੀਂ ਜਮਾਤ ਤੱਕ। ਵੀਰ ਖਿਆਲ ਕਰੀ 8 ਸਾਲਾਂ ਦੀ ਬੱਚੀ ਸੀ, 10ਵੀਂ ਜਮਾਤ ਤੱਕ, ਯਾਨੀ 16-17 ਸਾਲ ਦੀ ਜਦ ਤੱਕ ਨਹੀਂ ਹੋ ਗਈ, ਇਹੀ ਉਹ ਆਪਣੇ ਪਿਓ ਹੱਥੋਂ ਸਹਿੰਦੀ ਰਹੀ ਲਗਾਤਾਰ। ਤੇ ਅਖੀਰ ਉਹਨੇ ਦਮ ਵਿਖਾਇਆ ਕਿ ਮੈਂ ਹੁਣ ਇੱਥੇ ਨਹੀਂ ਪੜ੍ਹਨਾ, ਮੈਂ ਅਗਾਂਹ ਪੰਜਾਬ ਤੋਂ ਬਾਹਰ ਪੜ੍ਹਨਾ ਚਾਹੁੰਦੀ ਹਾਂ 11ਵੀਂ 12ਵੀਂ, ਤਾਂ ਕਿ ਮੈਂ ਅੱਗੋਂ ਆਪਣਾ ਕੈਰੀਅਰ ਬਣਾ ਸਕਾਂ। ਪਿਓ ਨੇ ਉਹਨੂੰ ਆਪਣੀ ਹੀ ਭੂਆ ਕੋਲ ਭੇਜਣ ਦੀ ਗੱਲ ਕੀਤੀ। ਉਸ ਤੋਂ ਪਹਿਲਾਂ ਉਸ ਬੱਚੀ ਨੇ ਘੱਟੋ ਘੱਟ ਉਹ ਜੋ ਆਪ ਕਹਿੰਦੀ ਜੇ, ਜੋ ਉਸਨੇ ਦਿੱਤਾ ਬਿਆਨ ਕਿ ਮੈਂ ਘੱਟੋ ਘੱਟ 50 ਵਾਰ ਆਪਣੀ ਮਾਂ ਨੂੰ ਦੱਸਿਆ ਕਿ ਮੇਰੇ ਨਾਲ ਇਹ ਕਾਰਾ ਹੋ ਰਿਹਾ, ਪਰ ਉਹਦੀ ਮਾਂ ਇਹ ਮੰਨਣ ਤੋਂ ਇਨਕਾਰੀ ਸੀ ਤੇ ਉਸੇ ਨੂੰ ਕੁੱਟ ਮਾਰ ਦਿੰਦੀ ਸੀ ਕਿ ਤੂੰ ਜਾਣ ਬੁੱਝ ਕੇ ਆਪਣੇ ਪਿਓ ਦੀ ਇੱਜ਼ਤ ਖਰਾਬ ਕਰਨਾ ਚਾਹੁੰਦੀ ਹੈ, ਤੂੰ ਖਰਾਬ ਹੈ, ਤੂੰ ਕਿਤੇ ਬਾਹਰ ਮੂੰਹ ਮਾਰਦੀ ਹੋਏਗੀ, ਪਿਓ ਤੇਰਾ ਇਸ ਤਰ੍ਹਾਂ ਦਾ ਨਹੀਂ ਹੈ। ਵੀਰਾ, ਜੋ ਉਸ ਬੱਚੀ ਨੇ ਅਖੀਰ ਕੀਤਾ, ਮੇਰਾ ਦਿਲ ਕੰਬਦਾ ਹੈ ਕਿ ਕੋਈ ਧੀ ਇਸ ਤਰ੍ਹਾਂ ਕਿਸ ਤਰੀਕੇ ਕੀ ਉਸਨੇ ਕੀਤਾ ਹੋਣਾ, ਕਿਵੇਂ ਦਿਲ ਤੇ ਪੱਥਰ ਰੱਖਿਆ ਹੋਣਾ। ਕਿ ਉਹ ਬੱਚੀ ਜਿੱਥੇ ਪੜ੍ਹਨ ਗਈ ਹੋਸਟਲ ਦੇ ਵਿੱਚ, ਉਹਦਾ ਪਿਓ ਹਰ ਹਫ਼ਤੇ ਉੱਥੇ ਪਿੰਨੀਆਂ ਲਿਜਾਉਣ ਦੇ ਬਹਾਨੇ ਜਾਂਦਾ ਸੀ। ਉਸੇ ਹੀ ਸ਼ਹਿਰ ਵਿੱਚ ਇਹਦੀ ਭੂਆ ਸੀ, ਉਹਦੇ ਘਰ ਲਿਜਾਂਦਾ ਸੀ। ਉਸ ਰਾਤ ਨੂੰ ਫਿਰ ਉਸਨੂੰ ਜ਼ਲੀਲ ਕਰਦਾ ਸੀ। ਉਸ ਬੱਚੀ ਨੇ ਆਪਣੀ ਹੀ ਇੱਕ ਦੋਸਤ ਨੂੰ ਕਿਹਾ ਕਿ ਮੇਰੀ ਇਸ ਘਟਨਾ ਦੀ ਰਿਕਾਰਡਿੰਗ ਕਰ ਦੇ। ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਮੈਂ ਇੱਕ ਔਰਤ ਹਾਂ, ਮੈਂ ਸਮਝ ਸਕਦੀ ਹਾਂ ਕੋਈ ਇੱਕ ਧੀ ਆਪਣੇ ਪਿਓ ਵੱਲੋਂ ਇਸ ਤਰ੍ਹਾਂ ਜ਼ਲੀਲ ਹੁੰਦੇ ਦੀ ਕਿਸੇ ਆਪਣੀ ਸਹੇਲੀ ਕੋਲੋਂ ਜਦੋਂ ਵੀਡੀਓ ਰਿਕਾਰਡ ਕਰਵਾਏ, ਉਹ ਕਿਸ ਤਰ੍ਹਾਂ ਦੀ ਮੌਤ ਮਰ ਰਹੀ ਹੋਣੀ ਹੈ ਹਰ ਪਲ। ਕਿ ਉਹ ਵੀਡੀਓ ਰਿਕਾਰਡਿੰਗ ਹੋਈ, ਜਾ ਕੇ ਉਸ ਬੱਚੀ ਨੇ ਵਾਪਸ ਆਪਣੀ ਮਾਂ ਨੂੰ ਵਿਖਾਇਆ ਕਿ ਆਹ ਤੂੰ ਮੰਨਿਆ ਨਹੀਂ ਜੋ ਮੇਰੇ ਨਾਲ ਵਾਪਰਦਾ ਜੇ। ਮਾਂ ਨੇ ਉਸ ਸਮੇਂ ਫਿਰ ਆਪਣੀਆਂ ਲਾਈਆਂ ਜੁੱਤੀਆਂ ਤੇ ਸੋਟੀਆਂ ਨਾਲ ਕੁੱਟਦੇ ਨੂੰ ਉਹਦਾ ਪਿਓ ਆਪ ਜਾ ਕੇ ਲੈ ਕੇ ਗਈ ਥਾਣੇ ਤੇ ਉਹਨੂੰ ਉੱਥੇ ਬੰਦ ਕਰਵਾਇਆ। ਪਰ ਇਹ ਪੀੜ ਸਾਡੀਆਂ ਬੱਚੀਆਂ ਜੋ ਸਹਿ ਰਹੀਆਂ ਨੇ, ਮੈਂ ਉਹਨਾਂ ਦਾ ਹੀ ਜ਼ਿਕਰ ਕਰ ਰਹੀ। ਹਿੰਦੁਸਤਾਨ ਟਾਈਮਜ਼ ਦੇ ਵਿੱਚ ਮੁੱਖ ਪੰਨੇ ਤੇ ਖਬਰ ਛਪੀ ਕਿ ਹੁਣ ਪੰਜਾਬ ਵਿੱਚ ਮੋਲਕੀਆਂ ਮਿਲ ਰਹੀਆਂ ਨੇ। ਸ਼ਾਇਦ ਤੁਹਾਡੇ ਵਿੱਚੋਂ ਕਿਸੇ ਨੂੰ ਪਤਾ ਨਾ ਹੋਏ ਮੋਲਕੀ ਹੁੰਦਾ ਕੀ ਹੈ। ਮੋਲਕੀ ਦੇ ਮੁੱਲ ਖਰੀਦੀ ਜਾਣ ਵਾਲੀ ਔਰਤ, ਜਿਸ ਨੂੰ ਪੰਜਾਬ ਵਿੱਚ ਔਰਤਾਂ ਦੀ ਕਮੀ ਕਾਰਨ ਅਸਾਮ ਜਾਂ ਬਿਹਾਰ ਤੋਂ ਨਾਬਾਲਗ ਬੱਚੀਆਂ ਜੋ 13 ਤੋਂ 16 ਵਰ੍ਹਿਆਂ ਦੀ, ਇੱਥੇ ਬਹੁਤ ਵੱਡੇ ਗੈਂਗਸ ਨੇ, ਰੈਕਟਸ ਬਣ ਚੁੱਕੇ ਨੇ, ਉੱਥੋਂ ਚੁੱਕੀਆਂ ਜਾਂਦੀਆਂ ਨੇ। ਇਹ ਧੀਆਂ ਅੱਗੋਂ 50-50 ਰੁਪਏ ਵਿੱਚ ਵਿਕਦੀਆਂ ਨੇ ਇੱਥੇ, ਸਿਰਫ 50 ਰੁਪਏ ਵਿੱਚ
ਇੱਕ ਔਰਤ, ਇੱਕ ਬੱਚੀ, ਨਾਬਾਲਗ ਬੱਚੀ ਦੀ ਕੀਮਤ ਤੇ ਉਸ ਨੂੰ ਮੁੱਲ ਕੀ ਦਾ ਮਤਲਬ ਜੇ ਇਹ 50 ਰੁਪਏ ਦੀ ਮੁੱਲ ਖਰੀਦੀ ਔਰਤ ਨੂੰ ਕਿਸੇ ਤਰ੍ਹਾਂ ਦਾ ਅਧਿਕਾਰ ਨਹੀਂ ਹੁੰਦਾ ਉਸ ਟੱਬਰ 'ਚ। ਉਹਦਾ ਕੰਮ ਹੈ ਸਿਰਫ ਇੱਕ ਮਸ਼ੀਨ ਵਾਂਗ ਬੱਚਾ ਪੈਦਾ ਕਰਨਾ, ਮੁੰਡਾ ਪੈਦਾ ਕਰਕੇ ਦਿੰਦੀ ਹੈ, ਇੱਕ ਵੇਲੇ ਦੀ ਰੋਟੀ ਦਿੱਤੀ ਜਾਂਦੀ ਹੈ ਤੇ ਬਾਕੀ ਬੰਧੂਆ ਮਜ਼ਦੂਰ ਵਾਂਗ ਉਹ ਕੰਮ ਕਰਦੀ ਜੇ। ਉਸ ਤੋਂ ਬਾਅਦ ਇਹ ਦੂਸਰੇ ਥਾਂ ਤੇ ਫਿਰ ਤੀਸਰੇ ਥਾਂ ਤੇ ਕਈ ਵਾਰ 5 ਥਾਵਾਂ ਤੇ ਵਿਕਦੀ ਜੇ ਤੇ ਉਸ ਤੋਂ ਬਾਅਦ ਜਿਸ ਤਰੀਕੇ ਇਹਨਾਂ ਨੂੰ ਸੁੱਟ ਦਿੱਤਾ ਜਾਂਦਾ ਹੈ, ਇਹ ਮਰਦੀਆਂ ਨੇ ਜਿਸ ਤਰੀਕੇ ਦੀ ਮੌਤ ਇਹ ਇੰਨੀ ਭਿਆਨਕ ਹੈ ਕਿ ਉਸਨੇ ਹਿੰਦੁਸਤਾਨ ਟਾਈਮਜ਼ ਵਾਲੇ ਨੇ ਵੀ ਕਿਹਾ ਕਿ ਸਾਨੂੰ ਇਹੋ ਜਿਹੀਆਂ ਕੁਝ ਔਰਤਾਂ 3 ਜਾਂ 4 ਖੇਤਾਂ ਵਿੱਚ ਇਸ ਹਾਲਤ ਵਿੱਚ ਡਿੱਗੀਆਂ ਮਿਲੀਆਂ ਜਿੱਥੇ ਉਹਨਾਂ ਦੇ ਜ਼ਖਮਾਂ 'ਚ ਕੀੜੇ ਪੈ ਚੁੱਕੇ ਸਨ, ਜਿੱਥੇ ਗਲ ਚੁੱਕੀਆਂ ਸਨ, ਕਈਆਂ ਦੀ ਨਜ਼ਰ ਜਾ ਚੁੱਕੀ ਸੀ, ਮਾਨਸਿਕ ਰੋਗੀ ਸਨ, ਕੁਝ ਬੋਲ ਨਹੀਂ ਸਨ ਸਕਦੀਆਂ। ਇਹ ਹਾਲ ਅਸੀਂ ਪੰਜਾਬ ਵਿੱਚ ਉਸ ਧਰਤੀ ਤੇ ਕਰ ਰਹੇ ਹਾਂ ਜਿੱਥੇ ਅਸੀਂ ਕਹਿ ਰਹੇ ਹਾਂ ਕਿ ਔਰਤ ਦੀ ਹੱਕ ਵਿੱਚ ਆਵਾਜ਼ ਚੁੱਕੀ ਗਈ ਸੀ। ਜ਼ੀਰਾ PGI ਦੀ ਸਟੱਡੀ ਜੇ ਜੋ ਹੈਡਲਾਈਨ ਹੈ ਹਿੰਦੁਸਤਾਨ ਟਾਈਮਜ਼ ਵਿੱਚ ਮੈਂ ਪੜ੍ਹ ਦਿੰਨੀ ਹਾਂ, 48% ਫਤਿਹਗੜ੍ਹ ਸਾਹਿਬ ਗਰਲਜ਼ ਆਰ ਵਿਕਟਿਮਸ ਆਫ ਸੈਕਸੁਅਲ ਹਰਾਸਮੈਂਟ। PGI ਦੀ ਸਟੱਡੀ ਦੇ ਜੋ ਕਿ ਇਹਦੇ ਵਿੱਚ ਉਹਨਾਂ ਨੇ 9 ਪਿੰਡ ਜਿਹੜੇ ਫਤਿਹਗੜ੍ਹ ਸਾਹਿਬ ਦੇ ਡਿਸਟ੍ਰਿਕਟ ਦੇ ਵਿੱਚ ਸੀ ਜਿੱਥੇ ਉਹਨਾਂ ਨੇ ਇੰਟਰਵਿਊਜ਼ ਕੀਤੀਆਂ ਨੇ, ਪੂਰਾ ਡਿਪਾਰਟਮੈਂਟ ਲਿਜਾ ਕੇ ਉਹਨਾਂ ਨੇ ਗੱਲ ਕੀਤੀ ਹੈ ਕਿ PGIMER ਦਾ ਸਕੂਲ ਆਫ ਪਬਲਿਕ ਹੈਲਥ ਦੇ ਵਿੱਚ ਜਿੰਨੇ ਐਕਸਪਰਟ ਸੀ ਉਹਨਾਂ ਨੇ ਕੁਐਸਚਨਸ ਪੁੱਛੇ ਹਰਾਸਮੈਂਟ ਤੇ ਉਹਦੀ ਨੇਚਰ ਆਫ ਹਰਾਸਮੈਂਟ, ਟਾਈਮ, ਇੰਟੈਂਸਿਟੀ ਐਂਡ ਐਕਸਟੈਂਟ ਐਂਡ ਜੋ ਸਟੱਡੀ ਦੀਆਂ ਰਿਪੋਰਟਸ ਨੇ ਕਿ ਉਹ ਬੱਚੀਆਂ ਵੀਰ ਜ਼ਰਾ ਗਿਣਤੀ ਸ਼ਾਇਦ ਨਾ ਜੇ ਕਿਸੇ ਨੇ ਸੁਣੀ ਹੋਏ, ਇਟ ਇਜ਼ 48%, 48%। ਇਹ PGI ਦੀ ਸਟੱਡੀ ਜੇ ਨੈਟ ਤੇ ਖੋਲਿਓ ਪੜ੍ਹ ਲਿਓ ਤੇ ਮੇਰਾ ਖਿਆਲ ਹੈ ਕਿ ਜੇ ਸਾਨੂੰ ਸਮਝ ਆਉਂਦੀ ਉਹਦੇ ਵਿੱਚ ਲਿਖਿਆ ਕਿ 37% ਕੁੜੀਆਂ ਨੇ ਇਹ ਮੰਨਿਆ ਕਿ ਉਹਨਾਂ ਦੇ ਕਰਨ ਵਾਲੇ ਉਹਨਾਂ ਦਾ ਸਕਾ ਪਿਓ ਜਾਂ ਭਰਾ ਸਨ। 30% ਨੇ ਕਿਹਾ ਕਿ ਉਹ ਹਾਲੇ ਤੱਕ ਵੀ ਇੱਕ ਨਹੀਂ ਅਨੇਕ ਵਾਰ ਤੇ ਮਹੀਨੇ ਵਿੱਚ ਘੱਟੋ ਘੱਟ 10 ਵਾਰ ਇਸ ਦਾ ਸ਼ਿਕਾਰ ਹੋ ਰਹੀਆਂ ਹਨ। ਇਹ ਬੱਚੀਆਂ ਕਿਸ ਤਰੀਕੇ ਦਾ ਅੱਗੋਂ ਬਣਨਗੀਆਂ ਮਾਨਸਿਕ ਪੱਖੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹਨਾਂ ਵਿੱਚੋਂ ਕੁਝ ਬੱਚੀਆਂ ਉਹਨਾਂ ਨੇ ਕਿਹਾ 47% ਅਜਿਹੀਆਂ ਸਨ ਜਿਹੜੀਆਂ 11 ਵਰਿਆਂ ਤੋਂ ਛੋਟੀਆਂ ਸਨ। ਜ਼ਰਾ ਅੰਦਾਜ਼ਾ ਲਾਓ ਵੀਰ, ਇਹ ਖਬਰ ਜੇ PGI ਵਰਗੀ ਸਾਨੂੰ ਵਾਰਨਿੰਗ ਦੇ ਰਹੀ ਹੈ ਕਿ ਅਸੀਂ ਉਹ ਮੈਨੂੰ ਦਿਲ ਤਾਂ ਕੰਬਦਾ ਹੈ। ਫਤਿਹਗੜ੍ਹ ਸਾਹਿਬ ਦੀ ਧਰਤੀ ਹੋਏ ਜਿੱਥੇ ਸਾਡੇ ਨਿੱਕੇ ਨਿੱਕੇ ਬਾਲ ਚਿਣੇ ਗਏ ਸਨ ਅਣਖ ਦੇ ਖਾਤਰ, ਸਿਰਫ ਅਣਖ ਖਾਤਰ ਸਾਡੀ ਅਣਖ ਹੀ ਮਰ ਗਈ ਹੈ ਪੰਜਾਬੀਆਂ ਦੀ। ਅਸੀਂ ਇਹ ਹਾਲ ਤੇ ਆ ਚੁੱਕੇ ਹਾਂ ਜਿੱਥੇ ਸਮਝ ਨਹੀਂ ਆ ਰਹੀ ਕਿ ਅਸੀਂ ਘਰਾਂ ਵਿੱਚ ਕਿਹਨਾਂ ਨੂੰ ਰੱਖਿਆ ਜੇ। ਬੱਚੀਆਂ ਇਹਨਾਂ ਨੂੰ ਅਸੀਂ ਗੱਲ ਕਰਦੇ ਹਾਂ ਬਾਹਰ ਸਮਾਜ ਖਰਾਬ ਹੈ ਤਾਂ ਫਿਰ ਇਹਦੇ ਬਾਰੇ ਕੀ ਗੱਲ ਕਰਨਾ ਚਾਹਾਂਗੇ? ਸਮਾਜ ਦੀ ਆਖਰ ਕਿਸ ਹੱਦ ਤੱਕ ਅਸੀਂ ਗਿਰਾਂਗੇ? 2 ਹੋਰ ਖਬਰਾਂ ਜ਼ਰੂਰ ਸ਼ਾਇਦ ਕਿਸੇ ਨੂੰ ਚੇਤੇ ਆਵੇ ਕਿ ਅਸੀਂ ਮਾਂ ਦੀ ਇੱਜ਼ਤ ਕਿੰਨੀ ਕੁ ਕਰਦੇ ਹਾਂ। ਜਿੱਥੇ ਮਾਂ ਅੰਬੇ, ਮਾਂ ਜਗਦੰਬੇ, ਮਾਂ ਗੁਜਰੀ, ਮਾਈ ਭਾਗੋ ਅਸੀਂ ਜ਼ਿਕਰ ਕਰਦੇ ਹਾਂ, ਸਿਰ ਨਹੀਂ ਹੁੰਦਾ। ਇਸ ਤੋਂ ਪਹਿਲਾਂ ਭੈਣ ਜੀ ਆਪਾਂ ਅਗਲੀ ਖਬਰ ਵੱਲ ਨੂੰ ਵਧੀਏ, ਮੈਂ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜੇਕਰ ਤੁਸੀਂ TV ਸੈੱਟ ਦੇਰੀ ਦੇ ਨਾਲ ਔਨ ਕੀਤੇ ਨੇ, ਅੱਜ ਸਾਡੀ ਮਹਿਮਾਨ ਲੇਖਕਾ, ਸਮਾਜ ਸੇਵਕਾ ਅਤੇ ਬੱਚਿਆਂ ਦੇ ਮਸ਼ਹੂਰ ਡਾਕਟਰ ਸਪੈਸ਼ਲਿਸਟ ਡਾਕਟਰ ਹਰਸ਼ਿੰਦਰ ਕੌਰ ਪਟਿਆਲੇ ਤੋਂ ਸ਼ਾਮਲ ਹੋਏ ਨੇ, ਜਿਹੜੇ ਅੱਜ ਔਰਤ ਦਿਵਸ ਦੇ ਉੱਪਰ ਦੱਸ ਰਹੇ ਨੇ ਕਿ ਗੁਰੂ ਨਾਨਕ ਦੇਵ ਜੀ ਦੀ ਉਹ ਵਰੋਸਾਈ ਧਰਤੀ 550 ਸਾਲ ਪਹਿਲਾਂ ਜਿੱਥੇ ਔਰਤ ਦੇ ਹੱਕ ਵਿੱਚ ਨਾਅਰਾ ਮਾਰਿਆ ਗਿਆ ਸੀ, ਹਾਦਾ ਨਾਅਰਾ ਮਾਰਿਆ ਗਿਆ ਸੀ, ਅੱਜ ਉਸ ਧਰਤ ਦੇ ਉੱਤੇ ਕੀ ਕੁਝ ਵਾਪਰ ਰਿਹਾ ਹੈ ਛੋਟੀਆਂ ਛੋਟੀਆਂ ਧੀਆਂ ਧਿਆਣੀਆਂ ਦੇ ਨਾਲ, ਬੱਚੀਆਂ ਦੇ ਨਾਲ। ਅਗਲੀ ਖਬਰ ਵੱਲ ਰੁਖ ਕਰਦੇ ਹਾਂ ਜੀ ਭੈਣ ਜੀ। ਖਬਰ ਜੇ ਇੱਕ ਅੰਗਰੇਜ਼ ਕੌਰ ਦੀ, ਮੈਂ ਨਾਮ ਵੀ ਇਸ ਕਰਕੇ ਦੱਸਿਆ ਕਿ ਮੈਂ ਪਿੰਡ ਨਹੀਂ ਦੱਸਣਾ ਚਾਹੁੰਦੀ। ਉਹਦਾ ਜੋ ਵਾਪਰਿਆ ਇਹ ਵੀ ਅੰਗਰੇਜ਼ੀ ਦੀ ਇੱਕ ਇੰਟਰਨੈਸ਼ਨਲ ਡੇਲੀ ਵੀ ਕਹਿ ਸਕਦੇ ਹੋ ਕਿਉਂਕਿ ਉਹ ਨੈਸ਼ਨਲ ਤੇ ਹੈ ਹੀ ਹੈ ਇੱਥੋਂ ਦੀ, ਪਰ ਉਹਦੀਆਂ ਖਬਰਾਂ ਇੰਟਰਨੈਸ਼ਨਲ ਪੱਧਰ ਤੱਕ ਜਾ ਰਹੀਆਂ ਨੇ, ਜਿਸ ਵਿੱਚ ਜ਼ਿਕਰ ਇਹ ਕੀਤਾ ਗਿਆ
कि ये अपने समय की बहुत खूबसूरत औरत सी। ਇਹਦਾ पति मर गया सी जल्दी, पर इसने क्योंकि ਇਹਦੇ 2 पुत्र सन अपने आप ਨੂੰ भी संभाल के रखिया। पिंड विच ਇਹਦੀ बड़ी इज्जत सी ते ਇਹਨੇ एक अपने आप ਨੂੰ मतलब अजिहा तगड़ी औरत वजों अपने आप ਨੂੰ एक एग्जाम्पल बना के उन्होंने सारे लोगों के सामने रखिया सी, जिथे बाहर काम कार भी करती रही, अपने बच्चे भी पालती रही। पर अखीर जो ਉਹਦੇ ਨਾਲ वापरिया जो न्यूज़ आई वो इस तरीके की शर्मसार करने वाली जे कि मैनू उस खबर नू पढ़दियां खरे शायद 4 या 5 बार मैं अपने हंझू नहीं रोक सकी, क्योंकि मैनू लग्या कि पंजाब विच एक माँ की शायद अजे असी इन्नी इज्जत करते होवांगे। पर जो खबर जे मैं दसन ये लगी कि वह एक वड्डा पुत्र सी कुलदीप सिंह काला, जिसने सन 2007 विच शहर की एक ट्रांसपोर्ट कंपनी वालियां दी बच्ची अगवा करके फिरौती मंगी सी, इस करके उन्होंने जेल विच ताड़ दिता गया। उन्होंने नशे की लत लगी उत्थे। मैं वीरा दोबारा कहना चाहनी हूँ, मैं पिंड का नाम नहीं दसना चाहती, है पंजाब का, पर ਉਹਦੇ ਵਿੱਚ ਹੋਇਆ ਇਹ ਸੀ ਕਿ ਉਸਨੂੰ ਜਦੋਂ ਅਖੀਰ ਵਿੱਚ 2016 ਵਿੱਚ 14 ਜੁਲਾਈ ਨੂੰ 1.5 ਮਹੀਨੇ ਦੀ ਛੁੱਟੀ ਉਹਨੂੰ ਜਦੋਂ ਮਿਲੀ ਵੀ ਮੈਂ ਘਰ ਮਿਲਣ ਜਾਣਾ ਹੈ, ਵੀ ਮਾਂ ਬਿਮਾਰ ਹੈ, ਤਾਂ ਉੱਥੇ ਉਸਨੂੰ ਉਦੋਂ ਮਾਫ ਕਰਿਓ ਮੈਨੂੰ ਨਾ ਦੱਸਦਿਆਂ ਵੀ ਮੇਰਾ ਗਲਾ ਭਰਦਾ। ਘਰ ਪਹੁੰਚਿਆ ਤਾਂ ਉਹਦਾ ਛੋਟਾ ਵੀਰ ਹਰਦੀਪ ਸੀ ਘਰ, ਜਿਸਨੂੰ ਕੁੱਟ ਮਾਰ ਕੇ ਉਹਨੇ ਘਰੋਂ ਬਾਹਰ ਕੱਢ ਦਿੱਤਾ। माँ ने उन्होंने बड़ा समझाया कुलदीप नू कि काका मैं तो तेरे लिए चाह वास्ते खीर भी तरी है भी, पर तू इस तरह ना कर। आके उस रात जो अखबार विच खबर छपी जे 12 बोतलां शराब दियां पीतियां। फिर सवेरे 3 बजे माँ का दरवाजा खड़काया कमरे का, दरवाजे अंदर वड़ के उस बच्चे ने अपनी मां का रात भर बलात्कार 3 बजे तो लैके 8 बजे तक बलात्कार किया। अपनी सकी मां का सवेरे जदों दारू विच धुत वो बेहोश हो गया तो उन्हें छड्डिया ते ओ मां फिर निकली पिंड विच। पिंड वालियां ने इकट्ठे होके गए ते ओ शिकायत दर्ज कराई ते ओ मुंडा वापस जेल विच भेजिया। ਇਹ ਮਾਵਾਂ ਨੇ ਜਿਹੜੀਆਂ ਆਪਣੇ ਪੁੱਤਰ ਜੰਮਣ ਦੀਆਂ ਅਰਦਾਸਾਂ ਕਰਦੀਆਂ ਨੇ ਕਿ ਸਾਡੇ ਕੁੱਖੋਂ ਮੁੰਡਾ ਜੰਮ ਪਵੇ, ਮੇਰੇ ਬੁਢੇਪੇ ਦੀ ਡੰਗੋਰੀ ਬਣੇ। ਇਹ ਡੰਗੋਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਤਾਂ ਰੱਬ ਮਾਫ ਕਰੇ ਇਹੋ ਜਿਹੇ ਜੰਮਣੇ, ਮੈਨੂੰ ਲੱਗਦਾ ਇਹ ਪੁੱਤਰ ਜੰਮਣੇ ਗੁਨਾਹ ਹੋ ਗਿਣੇ ਜਾਣੇ ਚਾਹੀਦੇ। ਤੇ ਪਰਸੋਂ ਇੱਕ ਕੇਸ ਦਾਖਲ ਹੋਇਆ ਹਸਪਤਾਲ ਵਿੱਚ, ਜਿਸਨੇ ਮੇਰੇ ਅਗਲੇ ਪਿਛਲੀ ਸਾਰੀ ਸੋਚਣੀ ਨੂੰ एक तरीके झंझोड़ के रख दिता है, जिदे विच 21 साला पोतरे ने अपनी दादी नाल जबर जनाह करन दी कोशिश की, वो भी नशे दे असर हेठ। वीर मैनू इस तो बाद समझ नहीं आती। अजे मेरे को 2 खबरां होर ने जिन्हां विच सके मामे ने जो कि 9वीं जमात विच पढ़दा सी, अपनी ही सकी भैन दी धी नाल बलात्कार किया, जिसनू ਉਹਦੇ ਕੋਲ ਅੱਗੇ ਨਾਨੀ ਨੇ ਜਾ ਕੇ ਉਸ ਬੱਚੀ ਨੂੰ ਸਾੜ ਦਿੱਤਾ ਤਾਂ ਕਿ ਸਾਰੀਆਂ ਇਹਦੀਆਂ ਜਿਹੜੀਆਂ ਹੇਠਲਾ ਉਹਦਾ ਹਿੱਸਾ ਬੱਚੇਦਾਨੀ ਦੇ ਆਲੇ ਦੁਆਲੇ ਨੂੰ ਅੱਗ ਲਾ ਦਿੱਤੀ ਕਿ ਕੋਈ ਨਿਸ਼ਾਨੀ ਨਾ ਬਚੇ। ਯਾਨੀ ਅਸੀਂ ਕਿਸ ਰਿਸ਼ਤੇ ਨੂੰ ਮੈਂ ਸਮਝ ਨਹੀਂ ਆ ਰਹੀ ਪਵਿੱਤਰ ਮੰਨਾ, ਜਿੱਥੇ ਪਿਓ ਧੀ ਨੂੰ ਨਹੀਂ ਛੱਡਦਾ, ਜਿੱਥੇ ਪੋਤਰਾ ਦਾਦੀ ਨੂੰ ਨਹੀਂ ਛੱਡਦਾ, जिथे 8 साल का बच्चा 4 साल की धी 4 साल की किसी बच्ची नू नहीं छड्डदा, तां मैनू ये तां दस दिओ कि किस थां दी किस रिश्ते की पवित्रता की असीं जिक्र करदे हां। मैनू अज चेते आ रही ने कुछ वो औरतां जिहड़ियां बुलंदी छूईयां सन, ते मैं सोगमई कदे भी अंत नहीं किसी चीज़ का करना चाहती। जे साडे कौम विच माई भागो रही है, साडी कौम विच बीबी बघेल कौर रही है, साडी कौम विच शाम कौर रही है, साडी कौम विच इहो जिहियां बीबी लच्छी वर्गियां रही ने, जिन्हां ने बीबी लच्छी ने जिसने अपने बाल तक विनवा के साबित कर दिता सी उन्हां 300 औरतां विच कि असीं किसे तो घट नहीं आ सह जाण विच। पर नाले जिहड़ा इह जुल्म दी जो मूँह तोड़ जवाब देण दी
ਸਾਡੀ ਇਸ ਵੇਲੇ ਲੋੜ ਹੈ ਤਾਂ ਮੈਂ ਚਾਹੁੰਦੀ ਹਾਂ ਉਸ ਇੱਕ ਬੀਬੀ ਬਘੇਲ ਕੌਰ ਨੂੰ, ਜੇ ਅੱਜ ਦੀਆਂ ਸਾਡੀਆਂ ਨੌਜਵਾਨ ਬੱਚੀਆਂ ਚੇਤੇ ਕਰ ਲੈਣ ਆਪਣੇ ਅੰਦਰ ਉਹ ਦਰਦ ਸਮੋ ਕੇ ਜੋ ਇਹ ਚੁਫੇਰੇ ਹੋ ਰਿਹਾ ਜੇ ਆਪ ਖੜੀਆਂ ਹੋਣ, ਇੱਕ ਇਸ ਤਰ੍ਹਾਂ ਨਾ ਬਣ ਜਾਣ ਕੇ ਸਿਰਫ ਲੂਣ ਦੀਆਂ ਪੁੜੀਆਂ ਨੇ, ਬਲਕਿ ਦਮਦਾਰ ਆਵਾਜ਼ ਲੈ ਕੇ ਖੜੀਆਂ ਹੋਣ, ਅੱਖਾਂ ਵਿੱਚ ਮਾਂ ਚੰਡੀ ਦੇ ਜੋਸ਼ ਲਿਆਣ, ਮਾਂ ਦੁਰਗਾ ਦਾ ਰੂਪ ਧਾਰਨ ਤੇ ਇਹੋ ਜਿਹੀ ਜਿੱਥੇ ਮਾਈ ਭਾਗੋ ਵਾਂਗ ਤਲਵਾਰ ਚੁੱਕਣ ਤਾਂ ਸਹੀ ਮਾਇਨਿਆਂ ਵਿੱਚ ਅਸੀਂ ਅੱਜ ਦੇ ਦਿਨ ਤਬਦੀਲੀ ਪਾਲ ਸਕਦੇ ਹਾਂ। ਪਰ ਮੈਂ ਸਭ ਤੋਂ ਵੱਡਾ ਸੈਲਿਊਟ ਉਹਨਾਂ ਨੂੰ ਦੇਣਾ ਚਾਹੁੰਦੀ ਹਾਂ, ਉਹਨਾਂ ਮਾਪਿਆਂ ਨੂੰ ਜਿਨ੍ਹਾਂ ਨੇ ਇਹੋ ਜਿਹੇ ਘਿਨਾਉਣੇ ਸਮਾਜ ਦੇ ਵਿੱਚ ਵੀ ਇਕੱਲੀ ਧੀ ਰੱਖਣ ਤੇ ਮਾਣ ਮਹਿਸੂਸ ਕਰਦੇ ਨੇ ਕਿ ਸਾਡੇ ਕੋਲ ਇਕੱਲੀ ਧੀ ਹੈ, ਫਿਰ ਵੀ ਸਾਨੂੰ ਫਖਰ ਹੈ। ਸੈਲਿਊਟ ਕਰਦੀ ਹਾਂ ਉਹਨਾਂ ਮਾਪਿਆਂ ਨੂੰ, ਸਿਜਦਾ ਕਰਦੀ ਹਾਂ ਜੇ ਹਾਂ ਸਾਰੇ ਭਰਾਵਾਂ ਨੂੰ ਜਿਹੜੇ ਆਪਣੀਆਂ ਭੈਣਾਂ ਤੇ ਫਖਰ ਕਰਦੇ ਨੇ, ਸਿਜਦਾ ਕਰਦੀ ਹਾਂ ਹਰ ਉਸ ਪੁੱਤਰ ਤੇ ਵੀ ਜਿਹੜਾ ਫਖਰ ਕਰਦਾ ਹੈ ਆਪਣੀ ਮਾਂ ਤੇ ਕਿ ਮੈਂ ਇਹਦੇ ਕੁੱਖੋਂ ਜੰਮਿਆ। ਪਰ ਵੀਰ ਮੈਂ ਇਹ ਸਾਰਾ ਕੁਝ ਸੁਣਾਇਆ ਤਾਂ ਸੀ ਕਿਸੇ ਮਰਦ ਨੂੰ ਨਿਵਿਆਉਣ ਲਈ ਨਹੀਂ। ਜੇ ਮਰਦ ਤੇ ਔਰਤ ਅੱਜ ਹਨ ਤਾਂ ਇੱਕ ਦੂਜੇ ਦੇ ਪੂਰਕ ਨੇ। ਮੇਰਾ ਮਕਸਦ ਸਿਰਫ ਇਹ ਸੀ, ਰੱਬ ਦਾ ਵਾਸਤਾ ਜੇ ਚੁੱਪ ਤੋੜ ਦਿਓ। ਇਹ ਕਾਰਾ ਕਰਨ ਵਾਲੇ ਨੇ ਕੁੱਲ 12% ਲੋਕ, ਪਰ ਅਸੀਂ ਬਾਕੀ ਦੇ 88% ਚੁੱਪ ਕਿਉਂ ਆ? ਇਹ ਦਰਦ ਦੀਆਂ ਗੱਲਾਂ ਸੁਣਾਈਆਂ ਸੀ ਝੰਜੋੜਨ ਲਈ, ਕਿਤੇ ਰੋ ਕੇ ਹੰਝੂ ਪੂੰਝ ਕੇ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਹੋਇਆ ਨਾ ਸਮਝ ਲੈਣਾ। ਇਹਦਾ ਇੱਕ ਕਾਰਨ ਇਹ ਦੱਸਣ ਦਾ ਕਿ ਆਪਣੇ ਅੰਦਰ ਜੰਮ ਚੁੱਕੇ ਲਹੂ ਵਿੱਚ ਉਬਾਲਾ ਲਿਆਓ, ਫੌਲਾਦ ਬਣਾਓ। ਜਿਹੜਾ ਜੰਗਾਲ ਲੱਗਿਆ ਨਾ ਫੌਲਾਦ ਨੂੰ, ਉਹਨੂੰ ਕੁਰੇਦ ਕੇ ਖੜਾ ਕਰੋ, ਆਵਾਜ਼ ਚੁੱਕੋ ਕਿ ਇਹੋ ਜਿਹੇ ਜਿੱਥੇ ਵੀ ਕਾਰਾ ਕਰਨ ਵਾਲੇ ਨੇ ਅਸੀਂ ਸਮਾਜਿਕ ਬਾਈਕਾਟ ਕਰਦੇ ਹਾਂ ਕਿ ਜੇ ਅਸੀਂ ਉਮੀਦ ਰੱਖਦੇ ਹਾਂ ਕਿਤੇ ਨਿਆਂ ਦੀ ਤਾਂ ਸਾਡੇ ਕੋਲ ਉਹ ਕੈਮਰੇ ਵੀਡੀਓ ਕਲੈਕਸ਼ਨਸ ਪਈਆਂ ਨੇ ਜਿਨ੍ਹਾਂ ਦੇ ਵਿੱਚ ਅਸੈਂਬਲੀ ਵਿੱਚ ਬੈਠੇ ਸਾਡੇ ਚੁਣਿੰਦਾ ਲੋਕਾਂ ਨੇ ਬਹਿ ਕੇ ਪੋਰਨ ਦੀਆਂ ਮੂਵੀਜ਼ ਦੇਖੀਆਂ। ਉਹਨਾਂ ਕੋਲੋਂ ਨਹੀਂ ਜੇ ਅਸੀਂ ਕੁਝ ਵੀ ਸੰਭਾਲ ਸਕਦੇ ਜਾਂ ਉਸ ਲੱਗਦਾ ਕਿ ਉਹ ਕੁਝ ਤਬਦੀਲੀ ਲਿਆਉਣਗੇ ਤਾਂ ਉਹ ਤਾਂ ਆਪ ਉਹਨਾਂ ਵਿੱਚੋਂ ਬਥੇਰੇ ਸੈਕਸ ਰੈਕਟ ਚਲਾ ਰਹੇ ਨੇ। ਉਹਨਾਂ ਨੂੰ ਛੱਡ ਦਈਏ। ਲੋਕ ਰੋ ਇਸ ਤਰ੍ਹਾਂ ਦਾ ਹੁੰਦਾ ਜੇ ਜੋ ਤਖਤੇ ਪਲਟ ਦਿੰਦਾ ਜੇ। ਲੋਕ ਹੀ ਨੇ ਜਿਨ੍ਹਾਂ ਨੇ ਫ੍ਰੈਂਚ ਰੈਵੋਲਿਊਸ਼ਨ ਲਿਆਈ ਸੀ। ਸੋ ਆਓ ਸਾਰੇ ਇਕੱਠੇ ਹੋਈਏ, ਇਸ ਦੇ ਵਿਰੁੱਧ ਆਵਾਜ਼ ਚੁੱਕੀਏ ਕਿ ਅਸੀਂ ਜ਼ੁਲਮ ਇਹੋ ਜਿਹੇ ਕਰਨ ਵਾਲਿਆਂ ਨੂੰ ਹੋਰ ਨਹੀਂ ਟੋਲਰੇਟ ਕਰਨਾ। ਤੇ ਮੈਂ ਬੱਚੀਆਂ ਨੂੰ ਬੁਲੰਦ ਕਰਨਾ ਚਾਹੁੰਦੀ ਹਾਂ, ਖੜੀਆਂ ਹੋਵੋ, ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਏ। ਹਨੇਰੀ ਕਾਲੀ ਆਏਗੀ, ਗਰਦਿਸ਼ ਉੱਡਦੀ ਜਾਏਗੀ, ਘਟਾਵਾਂ ਨੇ ਵੀ ਆਉਣਾ ਹੈ, ਝੱਖਣਾ ਸ਼ੋਰ ਮਚਾਉਣਾ ਹੈ। ਬਿਜਲੀ ਹੋਰ ਵੀ ਕੜਕੇਗੀ, ਕੰਡਿਆਂ ਦੀ ਚੋਬ ਰੜਕੇਗੀ। ਜੇ ਵੀਰਾ ਥੱਕ ਨਾ ਜਾਣਾ, ਨੀ ਪੈਣਾ ਅੱਕ ਨਾ ਜਾਣਾ। ਚੰਗੇਜ਼ਾਂ ਫਿਰ ਵੀ ਆਉਣਾ ਹੈ, ਤੈਮੂਰਾਂ ਕਹਿਰ ਢਾਉਣਾ ਹੈ। ਅੰਗਾਰਾਂ ਤੇ ਕਦਮ ਰੱਖਣਾ ਜਦੋਂ ਤੱਕ ਵਾਟ ਬਾਕੀ ਹੈ। ਨਹੀਂ ਫਰਿਆਦ ਦਾ ਫਾਇਦਾ ਹਨੇਰੇ ਦੀ ਅਦਾਲਤ ਵਿੱਚ, ਬਗਾਵਤ ਕਰ ਮੇਰੇ ਸੱਜਣਾ ਜਦੋਂ ਤੱਕ ਰਾਤ ਬਾਕੀ ਹੈ। ਆਓ ਬੱਚਿਓ ਤੋੜ ਦਿਓ ਝਾਂਜਰਾਂ, ਖੜੀਆਂ ਹੋਵੋ, ਆਪਣੀ ਕਲਮ ਨੂੰ ਤਲਵਾਰ ਬਣਾਓ। ਅੱਖਾਂ ਝੁਕਾ ਕੇ ਜਿਉਣ ਦਾ ਅਸੀਂ ਬਹੁਤ ਢੰਗ ਸਿੱਖ ਲਿਆ। ਕਦੇ ਅੱਖਾਂ ਗੱਡ ਕੇ ਦੂਜੇ ਵਿੱਚ ਵੇਖੋਗੇ ਤਾਂ ਤੁਸੀਂ ਵੇਖੋਗੇ ਇਹੋ ਜਿਹੀ ਮਾਂ ਦੁਰਗਾ ਦੇ ਅੱਗੇ ਹਰ ਕਿਸੇ ਦਾ ਸਿਰ ਝੁਕਦਾ ਹੈ। ਸੋ ਇਹ ਲੋੜ ਹੈ ਕਿ ਬੱਚੀਆਂ ਆਪ ਨੁਮਾਇਸ਼ ਕਰਨ ਵਾਲੀਆਂ, ਜਿਸਮ ਦੀ ਨੁਮਾਇਸ਼ ਕਰਨ ਵਾਲੀਆਂ ਨਾ ਬਣਨ। ਆਪਣੇ ਕੰਮਾਂ ਕਰਕੇ ਇਹੋ ਜਿਹੇ ਆਪਣੇ ਆਪ ਨੂੰ ਉਚਾਈ ਛੂ ਲੈਣ ਤਾਂ ਯਕੀਨਨ ਅਸੀਂ ਤਬਦੀਲੀ ਜ਼ਰੂਰ ਲਿਆ ਸਕਾਂਗੇ। ਪਰ ਵੀਰ ਇੱਕ ਗੱਲ ਹੋਰ ਕਿ ਸਾਡੇ ਇਸ ਵੇਲੇ ਕਾਨੂੰਨ ਦੇ ਘਾੜੇ ਬਹੁਤ ਜ਼ਿਆਦਾ ਅੰਦਰ ਨੂੰ ਦੱਬੇ ਪਏ ਨੇ, ਜਿੱਥੇ ਔਰਤਾਂ ਦੇ ਪ੍ਰਤੀ ਉਹਨਾਂ ਦੀ ਸੋਚ ਬਹੁਤ ਨਿਵਾਣ ਛੂ ਰਹੀ। ਲੋੜ ਹੈ ਸਾਡੀਆਂ ਬੱਚੀਆਂ ਨੂੰ ਪੋਲੀਟਿਕਲੀ ਸਟਰੋਂਗ ਹੋਣ ਦੀ ਕਿ ਉਹ ਆਉਣ ਜਿੱਥੇ ਅਜੇ ਤੱਕ 30%, 50% ਦਾ ਰੌਲਾ ਪਾ ਰਹੇ ਨੇ, ਕਿਉਂ ਨਹੀਂ ਉਹ 70% ਪਹੁੰਚ ਸਕਦੀਆਂ। ਜਿੱਥੇ ਆਪਣੀ ਲਿਆਕਤ ਸਦਕਾ ਉਹ ਇਹੋ ਜਿਹੀ ਉਚਾਈ ਛੂਣ, ਇਹ ਦਰਦ ਜਾਣਦੇ ਬੁੱਝਦੇ ਸਮਝਦੇ ਉਹਨਾਂ ਥਾਵਾਂ ਤੇ ਬਹਿ ਕੇ ਸ਼ਾਇਦ ਨਿਆਂ ਕਰ ਸਕਣਗੀਆਂ। ਪਰ ਜੇ ਹਮੇਸ਼ਾ ਮੰਗਦੀਆਂ ਹੀ ਰਹਿ ਗਈਆਂ, ਹਾਸਲ ਕੁਝ ਨਹੀਂ ਹੋਣਾ। ਤਾਂ ਇਹਨਾਂ ਬੱਚੀਆਂ ਨੂੰ ਹੋਰ ਉੱਚੀ ਉਡਾਰੀ ਮਾਰਨ ਦਈਏ ਕਿ ਕਾਨੂੰਨ ਵੀ ਤੁਸੀਂ ਆਪ ਬਣਾਉਣ ਵਾਲੀਆਂ ਛੋਵੋ, ਫੈਸਲੇ ਵੀ ਕਰਨ ਵਾਲੀਆਂ ਛੋਵੋ ਤੇ ਇਹ ਪੀੜ ਮਹਿਸੂਸ ਕਰੋ ਤਾਂ ਕਿ ਉਸ ਉਚਾਈ ਤੇ ਬੈਠੋ। ਇਸ ਸਮੇਂ ਦੀ ਲੋੜ ਹੈ ਕਿ ਇਹਨਾਂ ਨੂੰ
ਰਾਜ ਪਾਠ ਵਿੱਚ ਭਾਗ ਲੈਣਾ ਇਸ ਵੇਲੇ ਬਹੁਤ ਜ਼ਰੂਰੀ ਹੈ ਜੀ। ਸੋ ਭੈਣ ਜੀ, ਸਮਾਂ ਸਾਂਝਾ ਕਰਨ ਵਾਸਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ। ਜਿੰਨੀਆਂ ਖਬਰਾਂ ਇਸ ਦੀ ਰੌਸ਼ਨੀ ਵਿੱਚ ਇਹੋ ਹੀ ਆਖਿਆ ਜਾ ਸਕਦਾ ਹੈ ਕਿ ਇਹ ਖਬਰਾਂ ਉਸ ਧਰਤ 'ਤੇ ਵਾਪਰ ਰਹੀਆਂ ਨੇ ਜਿੱਥੇ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੈ ਰਾਜਾਨ ਦਾ ਸੰਦੇਸ਼ ਦਿੱਤਾ। ਜੇ ਸਾਡੇ ਕੋਲੇ ਗੁਰੂ ਪੰਥ ਤੇ ਗੁਰੂ ਗ੍ਰੰਥ ਹੈ, ਜਿੱਥੋਂ ਜਿਹੜਾ ਸਾਡਾ ਰਾਹ ਦਸੇਰਾ ਹੈ, ਜੇ ਉਸ ਧਰਤੀ 'ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੱਸਣ ਲੱਗਿਆਂ ਵੀ ਸ਼ਰਮ ਦੇ ਨਾਲ ਸਿਰ ਝੁਕਦਾ ਹੈ, ਤੇ ਉੱਥੇ ਜਿਹੜੇ ਲੋਕ ਇਸ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹੋਣਗੇ ਉਹਨਾਂ ਨੂੰ ਤੁਸੀਂ ਜਾਂਦੇ ਜਾਂਦੇ ਦੱਸਿਓ ਕਿ ਕੀ ਇਨਸਾਨ ਦੀ ਕੈਟਾਗਰੀ ਵਿੱਚ ਰੱਖਿਆ ਜਾ ਸਕਦਾ ਹੈ ਜਾਂ ਨਹੀਂ। ਮੈਂ ਵੀਰਾ ਲੋਕ ਮੈਂ ਕੱਲ ਸਾਂ ਇੱਥੇ ਇੱਕ ਕਾਲਜ ਦੇ ਵਿੱਚ ਵੀ ਇੱਥੇ ਯੂਨੀਵਰਸਿਟੀ ਵਿੱਚ ਮਹਿੰਦਰਾ ਕਾਲਜ ਵੀ ਥਾਂ, ਯੂਨੀਵਰਸਿਟੀਜ਼ ਵਿੱਚ ਵੀ ਥਾਂ, ਜਿੱਥੇ ਮੈਂ ਜ਼ਿਕਰ ਕੀਤਾ ਪੰਜਾਬੀ ਯੂਨੀਵਰਸਿਟੀ ਵਿੱਚ ਕਿ ਦੱਸੋ ਨੌਜਵਾਨ ਬੱਚਿਓ, ਤੁਹਾਡੇ ਅੱਗੇ ਚੀਜ਼ਾਂ ਰੱਖੀਆਂ ਜਾਣ, ਤੁਸੀਂ ਕੀ ਸੋਚਦੇ ਹੋ, ਕੀ ਸਜ਼ਾ ਹੋਣੀ ਚਾਹੀਦੀ ਹੈ। ਵੀਰ ਜਿਹੜੇ ਮੈਂ ਖੁਸ਼ ਹਾਂ ਕਿ ਉੱਥੇ ਨੌਜਵਾਨ ਮੁੰਡੇ ਖੜੇ ਹੋਏ ਜਿਨ੍ਹਾਂ ਕੁੜੀਆਂ ਤੋਂ ਵੱਧ ਜਿਨ੍ਹਾਂ ਨੇ ਜਵਾਬ ਦਿੱਤੇ, ਤੇ ਉਹ ਖੜੇ ਹੋ ਕੇ ਇਹੋ ਇੱਕੋ ਹੀ ਗੱਲ ਤੇ ਅੜੇ ਪਏ ਸਨ ਕਿ ਅਸੀਂ ਇਹੋ ਜਿਹੇ ਨੂੰ ਸੋਸ਼ਲ ਬਾਈਕਾਟ ਕਰਨਾ ਜੇ। ਲੋਕ ਇੱਥੇ ਤੱਕ ਖੜੇ ਸੀ, ਇਹਨਾਂ ਨੂੰ ਹਮੇਸ਼ਾ ਲਈ ਜੇਲ੍ਹਾਂ ਵਿੱਚ ਤਾੜ ਦਿਓ, ਅਸੀਂ ਨਿਕਲਣ ਦੇਣਾ ਹੀ ਨਹੀਂ ਚਾਹੁੰਦੇ, ਕਿਉਂਕਿ ਇਹ ਸਟੱਡੀ ਆ ਚੁੱਕੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੀ ਕਿ ਜਿਹੜੇ ਇਹ ਕਾਰਾ ਕਰਨ ਵਾਲੇ ਹੁੰਦੇ ਨੇ ਮਾਨਸਿਕ ਰੋਗੀ ਹੁੰਦੇ ਨੇ, ਤੇ ਇਹਨਾਂ ਨੂੰ ਦੁਬਾਰਾ ਠੀਕ ਕਰਨਾ ਜਾਂ ਛੱਡ ਦੇਣਾ ਦਾ ਮਤਲਬ ਇਹੋ ਹੈ ਕਿ ਇਹ ਦੁਬਾਰਾ ਇਹ ਸੀਰੀਅਲ ਬਲਾਤਕਾਰੀ ਬਣ ਕੇ ਨਿਕਲਣਗੇ, ਇਹਨਾਂ ਨੂੰ ਨਿਕਲਣ ਦੇਣਾ ਨਹੀਂ ਚਾਹੀਦਾ। ਹਰ ਬੱਚੇ ਨੇ ਖੜੇ ਹੋ ਕੇ ਕਿਹਾ ਕਿ ਇਹਨਾਂ ਦੀਆਂ ਸਜ਼ਾਵਾਂ ਸਖਤ ਹੋਣੀਆਂ ਚਾਹੀਦੀਆਂ ਨੇ। ਕੁਛ ਨੇ ਕਿਹਾ ਇਹਨਾਂ ਨੂੰ ਸਰੇਆਮ ਖੜ ਕੇ ਫਾਂਸੀ ਦੇਣੀ ਚਾਹੀਦੀ ਹੈ, ਕੁਛ ਨੇ ਕਿਹਾ ਇਹਨਾਂ ਨੂੰ ਸ਼ੂਟ ਕਰ ਦਿਓ ਪਬਲਿਕਲੀ, ਅਸੀਂ ਰੱਖਣਾ ਨਹੀਂ। ਕੁਛ ਨੇ ਇੱਥੇ ਤੱਕ ਕਹਿਤਾ ਕਿ ਇਹਨਾਂ ਦੇ ਅੰਗ ਵੱਢ ਦੇਣੇ ਚਾਹੀਦੇ ਨੇ। ਇਹ ਮੈਂ ਨਹੀਂ ਕਿਹਾ, ਨੌਜਵਾਨ ਬੱਚੇ ਜੋ ਖੜੇ ਹੋਏ ਸਨ ਅੱਜ ਔਰਤ ਦੇ ਹੱਕ ਵਿੱਚ ਕਿ ਅਸੀਂ ਇਸ ਤਰ੍ਹਾਂ ਦੀ ਗੰਦਗੀ ਹੋਰ ਨਹੀਂ ਬਰਦਾਸ਼ਤ ਕਰਨੀ, ਪਰ ਇੱਕ ਬੁਲੰਦ ਆਵਾਜ਼ ਸੀ ਕਿ ਅਸੀਂ ਗੀਤ ਸੰਗੀਤ ਜੋ ਲੱਚਰਤਾ ਦੇ ਵੱਲ ਨੂੰ ਤੁਰਦਾ ਜਾ ਰਿਹਾ ਉਹਦਾ ਵਿਰੋਧ ਕਰਦੇ ਹਾਂ, ਕਿਉਂਕਿ ਇਹ ਸਾਡੇ ਅੰਦਰਲਾ ਜਾਨਵਰ ਉਜਾਗਰ ਕਰ ਦਿੰਦਾ। ਜੇ ਇਹੋ ਜਿਹੀ ਸੋਚ ਨਾਲ ਸਾਡੇ ਨੌਜਵਾਨ ਬੱਚੇ ਅਗਾਂਹ ਆਉਣਗੇ, ਮੈਨੂੰ ਲੱਗਦਾ ਇਹ ਰੌਸ਼ਨੀ ਸਾਨੂੰ ਦਿਸਦੀ ਹੈ ਜਿੱਥੇ ਸ਼ਾਇਦ ਇਹ ਆਉਣ ਵਾਲੀ ਜੋ ਸਾਡੀ ਪੌਦ ਹੈ ਕਿਸੇ ਇਸ ਤਰ੍ਹਾਂ ਦੀ ਤਬਦੀਲੀ ਵੱਲ ਤੁਰ ਜਾਏ ਤਾਂ ਸੈਲਿਊਟ ਕਰਨਾ ਬਣਦਾ ਜੇ। ਪਰ ਵੀਰ ਦਿਲੋਂ ਇੱਕ ਵਾਰ ਸੱਚ ਮੰਨੀ, ਦਿਲੋਂ ਧੰਨਵਾਦ ਕਿ ਤੁਸੀਂ ਇਹੋ ਜਿਹਾ ਹਿੰਮਤ ਦਿਖਾਈ ਦੇ ਇਹੋ ਜਿਹਾ ਸਮਾਗਮ ਅੱਗੇ ਲਿਆਉਣ ਲਈ, ਇਹੋ ਜਿਹਾ ਪ੍ਰੋਗਰਾਮ ਕਰਨ ਲਈ ਜਿਗਰਾ ਚਾਹੀਦਾ ਕਿਸੇ ਵੀਰ ਵੱਲੋਂ ਵੀ ਕਿ ਇਹੋ ਜਿਹੀਆਂ ਖਬਰਾਂ ਨਸ਼ਰ ਵੀ ਕੀਤੀਆਂ ਜਾਣ, ਫਿਰ ਉਹਨਾਂ ਉੱਤੇ ਸੁਝਾਅ ਵੀ ਮੰਗੇ ਜਾਣ, ਕਿਉਂਕਿ ਬਹੁਤ ਵੱਡੀ ਗਿਣਤੀ ਜੋ ਕੁਝ ਵੀ ਕਰਨਾ ਨਹੀਂ ਚਾਹੁੰਦੀ, ਸਿਰਫ ਇਹ ਕਹਿ ਕੇ ਪਾਸੇ ਹੋ ਜਾਂਦੀ ਹੈ ਕਿ ਅਸੀਂ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਹਾਂ। ਇਹ ਹੋ ਹੀ ਨਹੀਂ ਰਿਹਾ, ਪਰ ਕਬੂਤਰ ਅੱਖਾਂ ਮੀਟ ਲਏ ਤਾਂ ਬਿੱਲੀ ਦੇ ਵਾਰ ਤੋਂ ਬਚਦਾ ਨਹੀਂ। ਸੋ ਸੈਲਿਊਟ ਤੁਹਾਨੂੰ, ਤੁਹਾਡੀ ਸਾਰੀ ਪ੍ਰਾਈਮ ਏਸ਼ੀਆ ਟੀਵੀ ਦੇ ਪੂਰੀ ਜਿੰਨੀ ਟੀਮ ਹੈ ਉਹਨੂੰ ਸੈਲਿਊਟ ਕਿ ਤੁਸੀਂ ਇਹੋ ਜਿਹੇ ਨਾਜ਼ੁਕ ਮੁੱਦੇ ਸਾਹਮਣੇ ਵੀ ਲਿਆਇਓ, ਤੇ ਹੋ ਸਕਦਾ ਹੈ ਕੋਈ ਤੁਹਾਡੇ ਪ੍ਰੋਗਰਾਮ ਰਾਹੀਂ ਬੱਚੀ, ਕੋਈ ਬੱਚਾ, ਕੋਈ ਬਜ਼ੁਰਗ, ਕੋਈ ਜਣਾ ਤਾਂ ਨੌਜਵਾਨ ਅੱਜ ਖੜਾ ਹੋਏ ਕੁਛ ਅਜਿਹੀ ਸੰਸਥਾ ਬਣਾਉਣ ਲਈ ਜਿਹਦੇ ਵਿੱਚ ਘੱਟੋ ਘੱਟ ਅਸੀਂ ਇਹ ਰੇਪ ਵਿਕਟਿਮਸ ਲਈ, ਕਿਉਂਕਿ ਮੈਂ ਲਗਾਤਾਰ ਆਵਾਜ਼ ਚੁੱਕਦੀ ਰਹੀ ਹਾਂ, ਅੱਜ ਖਬਰ ਆ ਚੁੱਕੀ ਹੈ ਕਿ ਏਮਜ਼ ਵਿੱਚ ਉਹਨਾਂ ਨੇ ਅਖੀਰ ਮੰਨ ਲਈ ਇਹ ਗੱਲ ਕਿ ਰੇਪ ਵਿਕਟਿਮਸ ਲਈ ਇੱਕ ਵੱਖਰਾ ਵਾਰਡ ਬਣੇਗਾ, ਉਹਨਾਂ ਲਈ ਵੱਖਰਾ ਪ੍ਰਬੰਧ ਕੀਤਾ ਜਾਏਗਾ। ਪਰ ਇਹਦੇ ਨਾਲੋਂ ਨਾਲ ਜੋ ਇੱਕ ਹੋਰ ਵੱਡੀ ਲੋੜ ਹੈ ਕਿ ਜੋ ਅਜੇ ਤੱਕ ਨਹੀਂ ਇਸ ਥਾਂ ਤੇ ਹੋਇਆ, ਅਸੀਂ ਕਬੱਡੀ ਮੈਚ ਬਹੁਤ ਕਰਾ ਲਏ, ਇੰਟਰਨੈਸ਼ਨਲ ਹੋਰ ਵੀ ਬਹੁਤ ਖੇਡਾਂ ਕਰਵਾ ਲਈਆਂ, ਵੱਡੇ ਵੱਡੇ ਗੇਟ ਵੀ ਬਣਵਾ ਲਏ ਨੇ, ਵਿਆਹ ਕਰਵਾ ਲਏ ਨੇ। ਕਿਸੇ ਇੱਕ ਸੱਜਣ ਦੇ ਦਿਲ ਵਿੱਚ ਪੀੜ ਹੋਏ ਤਾਂ ਇਸ ਪਾਸੇ ਧਿਆਨ ਕਰੀਏ। ਜਿਹੜੀਆਂ ਨਾਬਾਲਗ ਬੱਚੀਆਂ ਸ਼ਿਕਾਰ ਹੋ ਰਹੀਆਂ ਨੇ ਬਲਾਤਕਾਰ ਦਾ, ਜ਼ਬਰ ਜਨਾਹ ਦਾ, ਉਹ ਵੀ ਭਿਆਨਕ ਤਰੀਕੇ, ਜਿਸ ਤਰੀਕੇ ਉਹਨਾਂ ਦੇ ਕਤਲ ਹੋ ਰਹੇ ਨੇ, ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਨੇ, ਇਹਨਾਂ ਲਈ ਅਸੀਂ ਇੱਕ ਸੰਸਥਾ ਬਣਾਈਏ, ਜਿਸ ਇੱਕ NGO ਟਾਈਪ, ਜਿਹਦੇ ਵਿੱਚ ਇਹਨਾਂ ਨੂੰ ਇੱਕ ਸਾਈਕੈਟਰਿਸਟ ਚਾਹੀਦਾ ਜੇ, ਇੱਕ ਸਾਈਕੋਲੋਜਿਸਟ ਚਾਹੀਦਾ ਜੇ, ਕੁਝ ਸੋਸ਼ਲ ਵਰਕਰ ਜਿਹੜੇ ਉਹਨਾਂ ਨੂੰ ਮਾਨਸਿਕ ਪੱਖੋਂ ਖੜੇ ਕਰਨ। ਸਾਨੂੰ ਐਡਵੋਕੇਟਸ ਦੀ ਲੋੜ ਹੈ ਜਿਹੜੇ ਤਗੜੇ ਤਰੀਕੇ ਇਹਨਾਂ ਦੀ ਲੜਾਈ ਲੜ ਸਕਣ, ਤੇ ਮੋਨੀਟਰੀ ਹੈਲਪ ਲਈ ਵੀ ਸਾਨੂੰ ਇਹਨਾਂ ਬੱਚਿਆਂ ਨੂੰ ਵਾਪਸ ਸਮਾਜ ਵਿੱਚ ਖੜੇ ਕਰੀਏ। ਜੇ ਐਸਿਡ ਵਿਕਟਿਮਸ ਵੀ ਮਹਾਰਾਸ਼ਟਰ ਵਿੱਚ ਰੈਂਪ ਵਾਕ ਮਹਾਰਾਸ਼ਟਰ ਦੇ ਲੋਕਾਂ ਨੇ ਕਰਵਾ ਦਿੱਤੀ ਸੀ ਕਿ ਅਸੀਂ ਇਹਨਾਂ ਬੱਚੀਆਂ ਦੇ ਨਾਲ ਹਾਂ, ਤਾਂ ਕਿਉਂ ਨਹੀਂ ਅਸੀਂ ਖੜੇ ਹੁੰਦੇ
ਕਿ ਨਾਬਾਲਗ ਬੱਚੀਆਂ ਦੇ ਜਿਨ੍ਹਾਂ ਦੇ ਰੇਪ ਹੋ ਰਹੇ ਨੇ ਉਹਨਾਂ ਨਾਲ ਪੂਰਾ ਪੰਜਾਬ ਦਾ ਸਮਾਜ, ਪੰਜਾਬੀ ਸਮਾਜ, ਭਾਵੇਂ ਪੰਜਾਬ ਅੰਦਰ ਜੇ ਜਾਂ ਪੰਜਾਬੋਂ ਬਾਹਰ, ਇਹਨਾਂ ਦੀ ਮਦਦ ਲਈ ਅਸੀਂ ਖੜੇ ਹਾਂ। ਕੋਈ ਇਹਨਾਂ ਤੱਕ ਪਹੁੰਚਣ ਤੋਂ ਪਹਿਲਾਂ ਸਾਡੇ ਉੱਤੋਂ ਦੀ ਲੰਘ ਕੇ ਵਿਖਾਏ, ਯਾਨੀ ਕਦੇ ਤਾਂ ਅਸੀਂ ਵਾਪਸ ਉਹ ਯੋਧਿਆਂ ਵਾਲਾ ਦੁਬਾਰਾ ਜੋਸ਼ ਉਜਾਗਰ ਕਰੀਏ ਜਿਹੜਾ ਕਿਸੇ ਦੀਆਂ ਮਾਵਾਂ ਧੀਆਂ ਚੁੱਕੀਆਂ ਜਾਣ ਤੇ ਸਿਰ ਕਟਾ ਆਉਂਦੇ ਸਨ। ਅੱਜ ਸਮੇਂ ਦੀ ਲੋੜ, ਅਸੀਂ ਇਹੋ ਜਿਹੀ ਸੰਸਥਾ ਬਣਾਈਏ ਕਿ ਤੁਹਾਡੇ ਪ੍ਰੋਗਰਾਮ ਰਾਹੀਂ ਜੇ ਕੋਈ ਅਜਿਹਾ ਮੂਵਮੈਂਟ ਕਿਸੇ ਪਾਸਿਓਂ ਸ਼ੁਰੂ ਹੋ ਜਾਂਦੀ ਹੈ, ਵੀਰਾ ਇੱਕ ਵਾਰ ਹੋਰ ਸੈਲਿਊਟ, ਕਿਉਂਕਿ ਤੁਸੀਂ ਹੋ, ਤੁਹਾਡੇ ਵਿੱਚ ਦਾਮੇ, ਮੀਡੀਆ ਦੇ ਵਿੱਚ ਇੱਕ ਹੱਥ ਵਿੱਚ ਅਜਿਹੀ ਤਲਵਾਰ ਹੁੰਦੀ ਜੇ ਜਿਹੜੀ ਇਹ ਸਭ ਕੁਛ ਕਰਨ ਯੋਗ ਹੈ। ਸੋ ਤੁਸੀਂ ਇਹ ਸੰਸਥਾ ਜੇ ਸ਼ੁਰੂ ਕਰੋਗੇ, ਤਨੋ ਮਨੋ ਧਨੋ, ਸੱਚ ਜਾਣਿਓ ਮੈਂ ਇਸ ਕਦਮ 'ਚ ਤੁਹਾਡੇ ਨਾਲ ਜ਼ਰੂਰ ਤੁਰਾਂਗੀ। ਮੈਂ ਅੱਜ ਵੀ ਅਜਿਹੀਆਂ 7 ਬੱਚੀਆਂ ਨੂੰ ਸੰਭਾਲ ਰਹੀ ਹਾਂ, ਪਰ ਜਿੰਨੀ ਕੁ ਮੇਰੀ ਔਕਾਤ ਹੋਏਗੀ, ਜਿੰਨਾ ਕੁ ਵਾਹਿਗੁਰੂ ਦੀ ਮਿਹਰ ਹੋਏਗੀ, ਮੈਂ ਜ਼ਰੂਰ ਇਹਨਾਂ ਸਾਰੀਆਂ ਬੱਚੀਆਂ ਦੀ ਮਾਂ ਬਣਨ ਲਈ, ਉਹਨਾਂ ਦੀ ਢਾਲ ਬਣਨ ਲਈ ਤਿਆਰ ਹਾਂ। ਧੰਨਵਾਦ ਡਾਕਟਰ ਹਰਸ਼ਿੰਦਰ ਕੌਰ ਜੀ, ਅੱਜ ਸਮਾਂ ਸਾਂਝਾ ਕਰਨ ਵਾਸਤੇ। ਮੈਨੂੰ ਪਤਾ ਸੀ ਕਿ ਤੁਸੀਂ ਹਸਪੀਟਲ ਡਿਊਟੀ ਤੇ ਜਾਣਾ ਸੀ, ਫਿਰ ਵੀ ਅੱਜ ਇਸ ਦਿਨ ਤੇ ਵਿਸ਼ੇਸ਼ ਤੁਸੀਂ ਸਾਨੂੰ ਤੇ ਸਾਡੇ ਦਰਸ਼ਕਾਂ ਦੇ ਨਾਲ ਸਮਾਂ ਸਾਂਝਾ ਕੀਤਾ ਹੈ ਅਤੇ ਇਸ ਦੁੱਖ ਦੀ ਰਗ ਦੇ ਉੱਤੇ ਹੱਥ ਰੱਖਿਆ ਹੈ। ਤੁਹਾਡਾ ਇਕੱਲਾ ਇਕੱਲਾ ਬੋਲ, ਇਹ ਇਕੱਲੀ ਇਕੱਲੀ ਖਬਰ ਅੱਜ ਔਰਤ ਦਿਵਸ ਦੇ ਉੱਤੇ ਖਾਸ ਕਰਕੇ ਰੌਂਗਟੇ ਖੜੇ ਕਰ ਰਹੀ ਹੈ। ਇੱਕ ਵਾਰ ਫਿਰ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ। ਬਹੁਤ ਵੀਰਾ, ਇੱਕ ਵਾਰ ਫਿਰ ਸਾਰੀ ਤੁਹਾਡੀ ਟੀਮ ਨੂੰ, ਜਿਨ੍ਹਾਂ ਨੇ ਮੇਰੀ ਵਰਗੀ ਨਚੀਜ਼ ਨੂੰ ਸਮਾਂ ਦਿੱਤਾ, ਬਹੁਤ 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 ਸ਼ੁਕਰੀਆ। ਜਿੰਨੇ ਵੀ ਸੁਣਨ ਵਾਲੇ ਸ਼ਾਮਲ ਹੋਏ ਨੇ ਜਾਂ ਜਿਹੜੇ ਹਾਲੇ ਸਟਿਲ ਹੋਲਡ ਤੇ ਨੇ, ਉਹਨਾਂ ਦੇ ਨਾਲ ਤੇ ਦੇਖ ਰਹੇ ਦਰਸ਼ਕਾਂ ਦੇ ਨਾਲ ਇਹ ਗੱਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਕਿ ਸਾਨੂੰ ਆਪਣਾ ਆਲਾ ਦੁਆਲਾ, ਸਾਨੂੰ ਸਾਡਾ ਆਲਾ ਦੁਆਲਾ ਆਪ ਸਵਾਰਨਾ ਪੈਣਾ ਹੈ। ਸਾਡੀਆਂ ਰੀਤਾਂ ਕੀ ਨੇ, ਰਸਮਾਂ ਕੀ ਨੇ, ਰਿਵਾਜ ਕੀ ਨੇ, ਤੇ ਸਾਨੂੰ ਸਾਡਾ ਧਰਮ ਕੀ ਸਿਖਾਉਂਦਾ ਹੈ, ਸਾਨੂੰ ਸਾਡੇ ਮਾਪੇ ਕੀ ਸਿਖਾਉਂਦੇ ਨੇ, ਸਮਾਜ ਕੀ ਸਿਖਾਉਂਦਾ ਤੇ ਅਸੀਂ ਸਮਾਜ ਨੂੰ ਫਿਰ ਦੇਣਾ ਕੀ ਹੈ। ਇਹ ਤਾਣਾ ਬਾਣਾ ਜੇਕਰ ਉਲਝਦਾ ਜਾ ਰਿਹਾ ਤੇ ਸੁਲਝਾਉਣਾ ਵੀ ਅਸੀਂ ਹੈ। ਕਾਨੂੰਨ ਦੇ ਜਿਹੜੇ ਰਖਵਾਲੇ ਅਸੀਂ ਚੁਣ ਕੇ ਭੇਜਦੇ ਹਾਂ, ਉਹਨਾਂ ਤੋਂ ਅਸੀਂ ਆਸ ਉਮੀਦ ਘੱਟ, ਭਾਵੇਂ ਜਿਸ ਤਰ੍ਹਾਂ ਡਾਕਟਰ ਹਰਸ਼ਿੰਦਰ ਕੌਰ ਆ ਕੇ ਗਏ ਨੇ ਕਿ ਉਹ ਤਾਂ ਆਪ ਲੋਕ ਸਭਾ ਦੇ ਵਿੱਚ ਜਾਂ ਵਿਧਾਨ ਸਭਾਵਾਂ ਦੇ ਵਿੱਚ ਬੈਠ ਕੇ ਇਸ ਤਰ੍ਹਾਂ ਦੀਆਂ ਵੀਡੀਓਜ਼ ਕਈ ਵਾਰ ਵੇਖਦੇ ਫੜੇ ਗਏ ਨੇ, ਪਰ ਉਹਨਾਂ ਨੂੰ ਜ਼ਿੰਮੇਵਾਰ ਬਣਾਉਣਾ ਸਾਡੀ ਆਪਣੀ ਇੱਕ ਜ਼ਿੰਮੇਵਾਰੀ ਬਣਦੀ ਹੈ। ਅੱਜ ਜਿਹੜੀਆਂ ਵੀ ਖਬਰਾਂ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਇਹ ਤੁਸੀਂ ਵੀ ਖੁਦ ਜਾ ਕੇ ਨੈੱਟ 'ਤੇ ਪੜ੍ਹ ਸਕਦੇ ਹੋ, ਸ਼ਰਮਸ਼ਾਰ ਨੇ। ਅੱਜ ਔਰਤ ਦਿਵਸ 'ਤੇ ਵਿਸ਼ੇਸ਼ ਇਸ ਗੱਲ ਦਾ ਵੀ ਮੈਂ ਤੁਹਾਨੂੰ ਸ਼ਾਬਾਸ਼ ਦਾ ਹੱਕਦਾਰ ਸਮਝਦਾ ਹਾਂ ਕਿ ਬਹੁਤੀਆਂ ਕਾਲਰ ਸਾਡੀਆਂ ਔਰਤਾਂ ਸਨ ਜਿਹੜੀਆਂ ਖੁੱਲ੍ਹ ਕੇ ਅੱਜ ਇਸ ਵਿਸ਼ੇ 'ਤੇ ਬੋਲੀਆਂ ਨੇ, ਕਿਉਂਕਿ ਸਾਡੇ ਸਮਾਜ ਦੀ ਤਰਾਸਦੀ ਹੈ ਕਿ ਸੰਜੀਦਾ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਘੱਟ ਕਰਦੇ ਹਾਂ, ਅਤੇ ਜੇਕਰ ਰਾਜਨੀਤੀ ਦੀਆਂ ਗੱਲਾਂ ਹੋਣ ਤਾਂ ਫਿਰ ਅਸੀਂ ਖੁੱਲ੍ਹ ਕੇ ਗੱਲਾਂ ਕਰਦੇ ਹਾਂ। ਪਰ ਅੱਜ ਤੁਹਾਡੇ 'ਤੇ ਪ੍ਰਾਈਮ ਏਸ਼ੀਆ ਬਣ ਕਰ ਰਿਹਾ ਕਿ ਤੁਸੀਂ ਇਸ ਤਰ੍ਹਾਂ ਦੇ ਸੰਜੀਦਾ ਵਿਸ਼ੇ ਦੇ ਉੱਪਰ ਵੀ ਖੁੱਲ੍ਹ ਕੇ ਬੋਲੇ ਹੋ। ਅੱਜ ਦੇ ਸਮੇਂ ਦੀ ਸਮਾਪਤੀ ਹੋਣ ਜਾ ਰਹੀ ਹੈ। ਸੋਮਵਾਰ ਨੂੰ ਫਿਰ ਕਿਸੇ ਨਵੇਂ ਅਤੇ ਨਵੇਕਲੇ ਤੇ ਚਲੰਤ ਮਾਮਲੇ ਦੇ ਨਾਲ ਤੁਹਾਡੇ ਨਾਲ ਫਿਰ ਗੱਲਬਾਤ ਕਰਾਂਗਾ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਕੱਲ੍ਹ ਫਿਰ ਭਾਵ ਸੋਮਵਾਰ ਨੂੰ ਕਿਸੇ ਨਵੇਂ ਅਤੇ ਨਵੇਕਲੇ ਵਿਸ਼ੇ ਨਾਲ ਸਾਂਝ ਪਾਵਾਂਗੇ। ਉਦੋਂ ਤੱਕ ਵੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ।